ਜਰਮਨ ਕਵੀ ਗੈਟੇ ਲਿਖਦਾ ਹੈ, ਸੈਰ ਸਪਾਟੇ ਲਈ ਹੀ ਇਹ ਦੁਨੀਆ ਰੱਬ ਨੇ ਇਤਨੀ ਵਿਸ਼ਾਲ ਬਣਾਈ ਹੈ। ਪ੍ਰਾਚੀਨ ਕਾਲ ਦੇ ਭਾਰਤੀਆਂ ਵਿੱਚ ਵੀ ਨਵੀਆਂ ਥਾਵਾਂ ਵੇਖਣ ਦਾ ਅਤੇ ਨਵੀਆਂ ਖੋਜਾਂ ਕਰਨ ਦਾ ਇਹ ਸ਼ੌਂਕ ਸੀ ਅਤੇ ਇਸ ਸ਼ੌਂਕ ਦੇ ਸਦਕੇ ਹੀ ਉਹਨਾਂ ਨੇ ਭਾਰਤ ਤੋਂ ਦੂਰ ਦੱਖਣ ਪੂਰਬੀ ਏਸ਼ੀਆ ਦੇ ਇੰਡੋਨੇਸ਼ੀਆ, ਕੰਬੋਡੀਆ ਅਤੇ ਸਿਆਮ ਵਰਗੇ ਦੇਸ਼ਾਂ ਵਿੱਚ ਆਪਣੀਆਂ 9 ਆਬਾਦੀਆਂ ਕਾਇਮ ਕੀਤੀਆਂ ਅਤੇ ਉੱਥੇ ਆਪਣੀ ਸੱਭਿਅਤਾ ਦਾ ਪ੍ਰਚਾਰ ਕੀਤਾ। ਪਰ ਬਾਅਦ ਵਿੱਚ ਕਈਆਂ ਕਾਰਨਾਂ ਕਰਕੇ ਇਹ ਸ਼ੌਂਕ ਮੱਠਾ ਪੈ ਗਿਆ। ਇੱਥੋਂ ਤੱਕ ਕਿ ਸਮੁੰਦਰ ਪਾਰ ਕਰਨਾ ਵੀ ਇੱਕ ਵੱਡਾ ਪਾਪ ਸਮਝਿਆ ਜਾਣ ਲੱਗ ਪਿਆ। ਇਸ ਨਾਲ ਸਾਡੇ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਆ ਗਈ। ਯੂਰਪੀਅਨ ਕੌਮਾਂ ਵਿੱਚ ਸੈਰ ਸਪਾਟੇ ਅਤੇ ਖੋਜ ਦਾ ਉਤਸ਼ਾਹ ਸ਼ੁਰੂ ਤੋਂ ਹੀ ਮੌਜੂਦ ਹੈ। ਇਸੇ ਕਰਕੇ ਉੱਥੋਂ ਦੀਆਂ ਨਿੱਕੀਆਂ ਕੌਮਾਂ ਵੀ ਦੁਨੀਆ ਵਿੱਚ ਦੂਰ ਤੱਕ ਫੈਲ ਗਈਆਂ ਹਨ। ਸਿਕੰਦਰ ਪਹਿਲਾ ਯੂਰਪੀਅਨ ਸੀ ਜਿਸ ਦੇ ਮਨ ਵਿੱਚ ਛੋਟੀ ਉਮਰ ਤੋਂ ਹੀ ਦੁਨੀਆ ਨੂੰ ਜਿੱਤਣ ਦਾ ਉਤਸ਼ਾਹ ਪੈਦਾ ਹੋ ਗਿਆ ਅਤੇ ਉਹ ਇੱਕ ਹੈਰਾਨ ਕਰਨ ਵਾਲੀ ਤੇਜ਼ੀ ਨਾਲ ਪ੍ਰਾਚੀਨ ਕਾਲ ਦੀ ਦੁਨੀਆ 'ਤੇ ਕਾਲੀ ਘਟਾ ਵਾਂਗ ਛਾ ਗਿਆ। ਸਿਕੰਦਰ ਵਰਗੀਆਂ ਮਹਾਨ ਵਿਅਕਤੀਆਂ ਦੇ ਕਾਰਨਾਮਿਆਂ ਅਤੇ ਉਹਨਾਂ ਦੀ ਬੇਮਿਸਾਲ ਦਲੇਰੀ, ਦ੍ਰਿੜਤਾ ਅਤੇ ਆਤਮ ਵਿਸ਼ਵਾਸ ਬਾਰੇ ਪੜ੍ਹ ਕੇ ਸਾਡੇ ਦੇਸ਼ ਦੇ ਬੱਚਿਆਂ ਵਿੱਚ ਵੀ ਇਹ ਗੁਣ, ਜੋ ਕਿ ਇੱਕ ਮਹਾਨ ਅਤੇ ਸਵੱਛ ਜੀਵਨ ਦਾ ਆਧਾਰ ਹਨ, ਮੁੜ ਪੁੰਗਰ ਸਕਦੇ ਹਨ। ਇਸੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਅੱਜ ਮੈਂ ਤੁਹਾਡੇ ਨਾਲ ਸਿਕੰਦਰ ਮਹਾਨ ਬਾਰੇ ਜਾਣਕਾਰੀ ਸਾਂਝੀ ਕਰਾਂਗੀ। ਸਿਕੰਦਰ ਮੈਸੀਡੋਨੀਆ ਦਾ ਰਾਜਾ ਸੀ। ਆਪਣੇ ਪਿਤਾ ਫਿਲਿਪ ਦੂਜੇ ਤੋਂ ਉਸ ਨੂੰ ਰਾਜਗੱਦੀ ਪ੍ਰਾਪਤ ਹੋਈ। ਉਦੋਂ ਉਸ ਦੀ ਉਮਰ 20 ਕੁ ਸਾਲ ਸੀ। ਪੱਛਮੀ ਏਸ਼ੀਆ ਅਤੇ ਮਿਸਰ ਤੱਕ ਦੇ ਵਿਸ਼ਾਲ ਸਾਮਰਾਜ ਨੂੰ ਸੰਭਾਲਦਿਆਂ 30 ਸਾਲ ਦੀ ਉਮਰ ਤੱਕ ਇਤਿਹਾਸ ਵਿੱਚ ਵਰਣਨ ਹੈ ਕਿ ਵੱਡਾ ਰਾਜ ਪ੍ਰਬੰਧ ਕਾਇਮ ਕਰ ਲਿਆ ਸੀ। ਉਹ ਅੱਜ ਤੱਕ ਦਾ ਸਭ ਤੋਂ ਮਹਾਨ ਅਤੇ ਕਾਮਯਾਬ ਮਿਲਟਰੀ ਕਮਾਂਡਰ ਸੀ। ਮੁੱਢਲੀ ਵਿੱਦਿਆ ਉਸਨੇ ਮਹਾਨ ਯੂਨਾਨੀ ਦਾਰਸ਼ਨਿਕ ਅਰਸਤੂ ਤੋਂ ਹਾਸਲ ਕੀਤੀ। ਉਹ ਬਹੁਤ ਹੀ ਸਿਆਣਾ ਅਤੇ ਹਰ ਪੱਖੋਂ ਹੁਸ਼ਿਆਰ ਸੀ। ਉਹਦਾ ਇੱਕੋ ਨਿਸ਼ਾਨਾ ਸੀ ਦੁਨੀਆ 'ਤੇ ਜਿੱਤ ਪ੍ਰਾਪਤ ਕਰਨਾ ਅਤੇ ਵੱਧ ਤੋਂ ਵੱਧ ਗਿਆਨ ਹਾਸਲ ਕਰਨਾ। ਉਸ ਦੀ ਨਿਡਰਤਾ ਹੀ ਉਸ ਦੀ ਫੌਜ ਨੂੰ ਮੁਤਾਸਰ ਕਰਨ ਲਈ ਕਾਫੀ ਸੀ। ਪਰ ਭਾਰਤ ਵਿੱਚ ਹਮਲੇ ਸਮੇਂ ਪੋਰਸ ਨਾਲ ਉਸ ਦੀ ਲੜਾਈ ਹੋਈ, ਜਿਸ ਵਿੱਚ ਉਸਨੇ ਜਿੱਤ ਪ੍ਰਾਪਤ ਕੀਤੀ। ਉਸ ਦਾ ਅੰਤ ਬੇਬੀਲੋਨ ਵਿੱਚ ਮਲੇਰੀਆ ਅਤੇ ਟਾਈਫਾਇਡ ਕਰਕੇ ਹੋਇਆ। ਉਸਨੇ ਆਖਰੀ ਸਮੇਂ ਕਿਹਾ, ਜਦੋਂ ਮੌਤ ਆਉਂਦੀ ਹੈ ਤਾਂ ਦੁਨੀਆ ਦੇ ਵੱਡੇ ਤੋਂ ਵੱਡੇ ਡਾਕਟਰ ਉਸ ਨੂੰ ਠੀਕ ਨਹੀਂ ਕਰ ਸਕਦੇ। ਮੈਂ ਚਾਹੁੰਦਾ ਹਾਂ ਕਿ ਮੇਰੀ ਸਾਰੀ ਦੌਲਤ ਨੂੰ ਸੜਕਾਂ 'ਤੇ ਵਿਛਾ ਦਿੱਤਾ ਜਾਏ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਧਰਤੀ 'ਤੇ ਕਮਾਈ ਗਈ ਸਾਰੀ ਦੌਲਤ ਧਰਤੀ 'ਤੇ ਹੀ ਰਹਿ ਜਾਂਦੀ ਹੈ। ਸਿਕੰਦਰ ਮਹਾਨ ਵੱਲੋਂ ਕਹੀਆਂ ਗਈਆਂ ਕੁਝ ਜੀਵਨ ਸੱਚਾਈਆਂ। ਮੈਂ ਆਪਣੇ ਪਿਤਾ ਦਾ ਰਿਣੀ ਹਾਂ ਕਿ ਉਸਨੇ ਮੈਨੂੰ ਜੀਵਨ ਦਿੱਤਾ, ਪਰ ਮੇਰੇ ਉਸਤਾਦ ਨੇ ਮੈਨੂੰ ਚੰਗੀ ਤਰ੍ਹਾਂ ਜੀਣ ਦਾ ਗੁਰ ਦੱਸਿਆ। ਨਿਡਰਤਾ ਦਾ ਇੱਕ ਪਲ ਤੁਹਾਨੂੰ ਅਮਰ ਕਰ ਸਕਦਾ ਹੈ। ਦੁਨੀਆ 'ਤੇ ਬਹੁਤ ਸੰਸਾਰ ਹਨ, ਪਰ ਮੈਂ ਅਜੇ ਤੱਕ ਇੱਕ ਵੀ ਨਹੀਂ ਜਿੱਤਿਆ। ਅੱਜ ਮੈਂ ਇੱਕ ਹੀ ਕਬਰ ਵਿੱਚ ਸੁੱਤਾ ਪਿਆ ਹਾਂ, ਜਿਸ ਨੇ ਜਿਉਂਦਿਆਂ ਸਾਰਾ ਸੰਸਾਰ ਵੀ ਘੱਟ ਲੱਗਦਾ ਸੀ। ਦੁਨੀਆ ਵਿੱਚ ਕੋਸ਼ਿਸ਼ਾਂ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ। ਮੈਨੂੰ ਸ਼ੇਰਾਂ ਦੀ ਫੌਜ ਤੋਂ ਇੰਨਾ ਡਰ ਨਹੀਂ ਲੱਗਦਾ ਜਿਸ ਤਰ੍ਹਾਂ ਦਾ ਕਮਾਂਡਰ ਭੇਡ ਹੋਵੇ, ਪਰ ਭੇਡਾਂ ਦੇ ਉਸ ਫੌਜ ਤੋਂ ਡਰਦਾ ਹਾਂ ਜੋ ਕਿਸੇ ਸ਼ੇਰ ਦੀ ਅਗਵਾਈ ਵਿੱਚ ਹੋਵੇ। ਮੈਂ ਆਇਆ, ਮੈਂ ਦੇਖਿਆ ਅਤੇ ਮੈਂ ਜਿੱਤ ਗਿਆ। ਗਿਆਨ ਹੀ ਅਸਲੀ ਤਾਕਤ ਹੈ। ਜਦੋਂ ਅਸੀਂ ਕਿਸੇ ਨੂੰ ਆਪਣਾ ਵਕਤ ਦਿੰਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਉਸ ਨੂੰ ਦਿੰਦੇ ਹਾਂ ਜੋ ਅਸੀਂ ਕਦੀ ਵਾਪਸ ਨਹੀਂ ਲੈ ਸਕਦੇ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਬਮਰਾ। ਸਿਕੰਦਰ ਦਾ ਬਚਪਨ। ਯੂਰਪ ਦਾ ਇੱਕ ਛੋਟਾ ਜਿਹਾ ਦੇਸ਼ ਮਕਦੂਨੀਆ ਪ੍ਰਾਚੀਨ ਕਾਲ ਵਿੱਚ ਬੜਾ ਪ੍ਰਸਿੱਧ ਹੋਇਆ ਹੈ। ਇਹ ਯੂਨਾਨ ਦੇ ਉੱਪਰ ਵੱਲ ਹੈ ਅਤੇ ਉਸ ਥਾਂ 'ਤੇ ਸਥਿਤ ਹੈ ਜਿੱਥੇ ਯੂਰਪ ਅਤੇ ਏਸ਼ੀਆ ਨੂੰ ਹੈਲਾਸਪਾਂਟ ਨਾਂ ਦੀ ਰੋਦਬਾਰ, ਜਿਸ ਨੂੰ ਅੱਜ ਕੱਲ੍ਹ ਦਰਾਦਾਨੀਆਲ ਕਹਿੰਦੇ ਹਨ, ਆਪਸ ਵਿੱਚ ਨਿਖੇੜਦੀ ਹੈ। ਇਹ ਦੇਸ਼ ਅੱਜ ਤੋਂ 2300 ਸਾਲ ਜਾਂ ਕਹਿ ਲਓ 70 ਪੀੜ੍ਹੀਆਂ ਪਹਿਲਾਂ ਫਿਲਿਪ ਨਾਂ ਦਾ ਇੱਕ ਬਾਦਸ਼ਾਹ ਰਾਜ ਕਰਦਾ ਸੀ। ਇਸ ਦੀ ਰਾਣੀ ਦਾ ਨਾਂ ਓਲੰਪਸ ਸੀ। ਫਿਲਿਪ ਦੇ ਘਰ ਇੱਕ ਲੜਕਾ ਪੈਦਾ ਹੋਇਆ ਜਿਸ ਦਾ ਨਾਂ ਸਿਕੰਦਰ ਸੀ। ਦੁਨੀਆ ਵਿੱਚ ਬੜੇ ਵੱਡੇ ਯੋਧੇ ਹੋਏ ਹਨ, ਪਰ ਇਹਨਾਂ ਵਿੱਚ ਸਿਕੰਦਰ ਹੀ ਇੱਕ ਐਸਾ ਯੋਧਾ ਹੈ ਜਿਸ ਨੇ ਲੋਕਾਂ ਦੇ ਦਿਲ ਦਿਮਾਗ 'ਤੇ, ਇਤਿਹਾਸ ਦੇ ਸਫ਼ਿਆਂ 'ਤੇ ਇਤਨਾ ਡੂੰਘਾ ਪ੍ਰਭਾਵ ਪਾਇਆ ਹੈ ਕਿ ਰਹਿੰਦੀ ਦੁਨੀਆ ਤੱਕ ਮਿਟ ਨਹੀਂ ਸਕਦਾ। ਨਾ ਕੇਵਲ ਉਹਦੇ ਸਮਕਾਲੀ ਹੀ, ਬਲਕਿ ਉਦੋਂ ਤੋਂ ਹੁਣ ਤੱਕ ਹਰ ਜ਼ਮਾਨੇ ਦੇ ਲੋਕ ਉਹਦੇ ਕਾਰਨਾਮੇ ਸੁਣ ਕੇ ਦੰਗ ਰਹਿ ਜਾਂਦੇ ਹਨ। ਸਿਕੰਦਰ ਸਰੀਰ ਦਾ ਬੜਾ ਫੁਰਤੀਲਾ, ਸੁਡੋਲ ਅਤੇ ਸੁੰਦਰ ਸੀ। ਇਹ ਆਪਣੀ ਧੌਣ ਜ਼ਰਾ ਕੁ ਖੱਬੇ ਵੱਲ ਪਾਸੇ ਝੁਕਾ ਕੇ ਰੱਖਦਾ ਸੀ, ਜੋ ਇਸ ਨੂੰ ਬੜੀ ਫੱਬਦੀ ਸੀ।
ਇਹ ਦਿਲ ਦਾ ਬੜਾ ਦਲੇਰ ਤੇ ਹੌਸਲੇ ਵਾਲਾ ਸੀ ਤੇ ਬਹਾਦਰਾਂ ਦੀ ਇੱਜ਼ਤ ਕਰਦਾ ਸੀ। ਭਾਵੇਂ ਉਹ ਵੈਰੀ ਹੀ ਕਿਉਂ ਨਾ ਹੋਣ, ਇਹ ਹਰ ਕਿਸਮ ਦੀ ਸਰੀਰਕ ਔਕੜ ਖਿੜੇ ਮੱਥੇ ਚੱਲ ਲੈਂਦਾ ਸੀ। ਫੌਜੀ ਯੋਗਤਾ ਵਿੱਚ ਇਸ ਦਾ ਕੋਈ ਟਾਕਰਾ ਨਹੀਂ ਸੀ ਕਰ ਸਕਦਾ। ਇਹ ਲੜਾਈਆਂ ਧਨ ਦੌਲਤ ਲੁੱਟਣ ਲਈ ਨਹੀਂ, ਬਲਕਿ ਆਪਣੀ ਤੇ ਆਪਣੇ ਦੇਸ਼ ਦੀ ਸ਼ਾਨ ਨੂੰ ਵਧਾਉਣ ਦੇ ਲਈ ਕਰਦਾ ਸੀ। ਛੋਟੇ ਹੁੰਦਿਆਂ ਤੋਂ ਹੀ ਸਿਕੰਦਰ ਦੇਵਤਿਆਂ ਦਾ ਬੜਾ ਉਪਾਸ਼ਕ ਸੀ। ਇੱਕ ਵਾਰ ਜਦ ਇਹ ਮੰਦਰ ਵਿੱਚ ਜਾ ਕੇ ਪੂਜਾ ਕਰ ਰਿਹਾ ਸੀ ਤਾਂ ਇਹਨੇ ਹਵਨ ਦੀ ਅੱਗ ਵਿੱਚ ਬਹੁਤ ਸਾਰਾ ਅਤਰ ਛਿੜਕ ਦਿੱਤਾ। ਇਸ ਤੇ ਇਹਦੇ ਉਸਤਾਦ ਲਿਓਨੀਡਾਸ ਨੇ, ਜੋ ਬੜਾ ਸੰਜਮੀ ਸੀ, ਉਸ ਨੂੰ ਗੁੱਸੇ ਵਿੱਚ ਕਿਹਾ, ਬੇਟਾ ਅਤਰ ਬੜੀ ਮਹਿੰਗੀ ਚੀਜ਼ ਹੈ, ਤੂੰ ਤਾਂ ਇਹਨੂੰ ਇੰਝ ਉਡਾ ਰਿਹਾ ਹੈ ਜਿਵੇਂ ਤੂੰ ਸਾਰੇ ਅਰਬ ਦੇਸ਼ ਦਾ ਮਾਲਕ ਹੁੰਦਾ ਹੈ। ਹਮੇਸ਼ਾ ਸੋਚ ਸੰਜਮ ਨਾਲ ਖਰਚ ਕਰੀਦਾ ਹੈ। ਵੱਡੇ ਹੋ ਕੇ ਜਦ ਸਿਕੰਦਰ ਨੇ ਅਰਬ ਨੂੰ ਜਿੱਤਿਆ ਤਾਂ ਉਹਨੂੰ ਆਪਣੇ ਉਸਤਾਦ ਦੀ ਇਹ ਝਿੜਕ ਯਾਦ ਆ ਗਈ। ਉਹਨੇ ਲਿਓਨੀਡਾਸ ਨੂੰ ਉਸੇ ਵੇਲੇ ਉੱਥੋਂ ਬਹੁਤ ਸਾਰਾ ਅਤਰ ਭੇਜਿਆ ਤੇ ਲਿਖਿਆ, ਦੇਵਤਿਆਂ ਨੂੰ ਦਕਸ਼ਨਾ ਦੇਣ ਵੇਲੇ ਕਿਰਸ ਨਹੀਂ ਕਰਨੀ ਚਾਹੀਦੀ। ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਦੇਵਤਿਆਂ ਨੂੰ ਦਿੱਤੀ ਦਕਸ਼ਨਾ ਅਜਾਈ ਨਹੀਂ ਜਾਂਦੀ, ਬਲਕਿ ਉਹਦਾ 1000 ਗੁਣਾ ਵੱਧ ਸਿਲਾ ਮਿਲਦਾ ਹੈ। ਛੋਟੇ ਹੁੰਦਿਆਂ ਜਦ ਉਹ ਕਿਸੇ ਮਾਮਲੇ ਬਾਰੇ ਡੂੰਘੀ ਸੋਚ ਵਿਚਾਰ ਕਰ ਰਿਹਾ ਹੁੰਦਾ ਸੀ ਤਾਂ ਨੀਂਦ ਨੂੰ ਬੜੇ ਅਨੋਖੇ ਢੰਗ ਨਾਲ ਰੋਕਦਾ ਹੁੰਦਾ ਸੀ। ਉਹ ਆਪਣੀ ਬਾਂਹ ਮੰਜੇ ਤੋਂ ਥੱਲੇ ਲਮਕਾ ਲੈਂਦਾ ਸੀ ਤੇ ਆਪਣੇ ਹੱਥ ਵਿੱਚ ਚਾਂਦੀ ਦਾ ਇੱਕ ਗੋਲਾ ਫੜ ਛੱਡਦਾ ਸੀ। ਜਦ ਸੋਚਦਿਆਂ ਉਹਦੀ ਅੱਖ ਲੱਗ ਜਾਂਦੀ ਸੀ ਤਾਂ ਉਹਦੇ ਹੱਥੋਂ ਗੋਲਾ ਪਿੱਤਲ ਦੇ ਇੱਕ ਭਾਂਡੇ ਵਿੱਚ ਡਿੱਗਣ ਨਾਲ ਬੜੇ ਜ਼ੋਰ ਦੀ ਖੜਾਕ ਹੁੰਦਾ ਸੀ, ਜਿਸ ਨਾਲ ਉਸੇ ਵੇਲੇ ਉਸਦੀ ਅੱਖ ਖੁੱਲ੍ਹ ਜਾਂਦੀ ਸੀ। ਇਹਨੂੰ ਦੁਨੀਆ ਵਿੱਚ ਆਪਣਾ ਨਾਂ ਕਰਨ ਦਾ ਇਤਨਾ ਸ਼ੌਂਕ ਸੀ ਕਿ ਜਦ ਵੀ ਕਦੀ ਇਹਦਾ ਪਿਤਾ ਕੋਈ ਲੜਾਈ ਜਿੱਤਦਾ ਜਾਂ ਕਿਸੇ ਵੱਡੇ ਸ਼ਹਿਰ ਨੂੰ ਕਾਬੂ ਕਰਦਾ ਤਾਂ ਇਹ ਅੰਦਰੋਂ ਅੰਦਰ ਬੜਾ ਦੁਖੀ ਹੁੰਦਾ ਸੀ ਤੇ ਆਪਣੇ ਸਾਥੀਆਂ ਨੂੰ ਸ਼ਿਕਾਇਤ ਕਰਦਾ ਸੀ ਕਿ ਮੇਰੇ ਪਿਤਾ ਨੇ ਮੇਰੇ ਜਿੱਤਣ ਲਈ ਕੁਝ ਵੀ ਬਾਕੀ ਨਹੀਂ ਰਹਿਣ ਦੇਣਾ। ਮਕਦੂਨੀਆ ਦੀ ਰਾਜਧਾਨੀ ਦਾ ਨਾਂ ਪਹਿਲਾ ਸੀ। ਉਸ ਸਮੇਂ ਇਹ ਇੱਕ ਨਿੱਕਾ ਜਿਹਾ ਪਹਾੜੀ ਪਿੰਡ ਸੀ। ਇੱਥੇ ਜਾਂ ਤਾਂ ਲੋਕਾਂ ਦੇ ਰਹਿਣ ਲਈ ਪੱਥਰ ਦੇ ਘਰ ਬਣੇ ਹੁੰਦੇ ਸਨ ਜਾਂ ਫੌਜੀ ਬੈਰਕਾਂ ਦੇ ਮੰਦਰ ਹੁੰਦੇ ਸਨ। ਬਾਦਸ਼ਾਹ ਫਿਲਿਪ ਦੇ ਸਿਪਾਹੀ ਕਿਸੇ ਨਾਲ ਦੇ ਪਹਾੜੀ ਇਲਾਕੇ ਨੂੰ ਸਰ ਕਰਕੇ ਇੱਕ ਵਾਰ ਜਦ ਵਾਪਸ ਆਏ ਤਾਂ ਉਹ ਨਾਲ ਹੀ ਕੁਝ ਸੋਹਣੇ ਸੋਹਣੇ ਘੋੜੇ ਖਰੀਦ ਕੇ ਲਿਆਏ। ਫਿਲਿਪ ਨੂੰ ਘੋੜਿਆਂ ਦਾ ਬੜਾ ਸ਼ੌਂਕ ਸੀ ਤੇ ਉਹ ਆਪਣੇ ਮਹਲ ਦੀ ਬਾਰੀ ਵਿੱਚ ਬੈਠਾ ਹੀ ਇਹਨਾਂ ਘੋੜਿਆਂ ਦਾ ਮੁਆਇਨਾ ਕਰ ਰਿਹਾ ਸੀ। ਸਿਕੰਦਰ ਵੀ ਕੋਲ ਹੀ ਖੜਾ ਇਹ ਰੌਣਕ ਵੇਖ ਰਿਹਾ ਸੀ। ਘੋੜੇ ਬੜੇ ਜ਼ਬਰਦਸਤ ਸਨ। ਭਾਵੇਂ ਮਕਦੂਨੀਆ ਦੇ ਸਿਪਾਹੀ ਮੰਨੇ ਪਰਮੰਨੇ ਘੋੜ ਸਵਾਰ ਹਨ, ਪਰ ਉਹਨਾਂ ਲਈ ਵੀ ਇਹਨਾਂ ਘੋੜਿਆਂ ਨੂੰ ਕਾਬੂ ਕਰਨਾ ਔਖਾ ਜਾਪ ਰਿਹਾ ਸੀ। ਉਹਨਾਂ ਵਿੱਚ ਇੱਕ ਐਸਾ ਘੋੜਾ ਸੀ ਜਿਸ ਨੂੰ ਹੋਰਨਾਂ ਨੇ ਕੀ ਕਾਬੂ ਕਰਨਾ ਹੈ, ਬਾਦਸ਼ਾਹ ਫਿਲਿਪ ਵੀ ਕਾਬੂ ਨਾ ਕਰ ਸਕਿਆ। ਇਸ ਘੋੜੇ ਦਾ ਨਾਂ ਥਿਊਫਿਲਸ ਸੀ। ਥਿਊਫਿਲਸ ਦਾ ਭਾਵ ਹੈ ਬੈਲ ਦਾ ਸਿਰ। ਇਹ ਘੋੜਾ ਕਾਲੇ ਰੰਗ ਦਾ ਸੀ ਤੇ 40,000 ਰੁਪਏ ਤੋਂ ਮੁੱਲ ਲਿਆਂਦਾ ਗਿਆ ਸੀ। ਉਹਨਾਂ ਸਮਿਆਂ ਵਿੱਚ 40,000 ਰੁਪਇਆ ਇੱਕ ਬਹੁਤ ਵੱਡੀ ਰਕਮ ਹੁੰਦੀ ਸੀ। ਪਿੱਠ ਤੇ ਸਵਾਰ ਹੋਣ ਦੇਣਾ ਤਾਂ ਇੱਕ ਪਾਸੇ ਰਿਹਾ, ਉਹ ਕਿਸੇ ਨੂੰ ਆਪਣੇ ਨੇੜੇ ਤੱਕ ਵੀ ਨਹੀਂ ਸੀ ਫੜਕਣ ਦਿੰਦਾ। ਬਾਦਸ਼ਾਹ ਫਿਲਿਪ ਨੇ ਤੰਗ ਆ ਕੇ ਉਹਨੂੰ ਉਹਦੇ ਮਾਲਿਕ ਨੂੰ ਵਾਪਸ ਕਰ ਦੇਣ ਲਈ ਫੈਸਲਾ ਕਰ ਲਿਆ। ਸਿਕੰਦਰ ਭੱਜਾ ਆਪਣੇ ਪਿਤਾ ਪਾਸ ਗਿਆ ਤੇ ਕਹਿਣ ਲੱਗਾ, ਇਹਨੂੰ ਬਿਲਕੁਲ ਨਾ ਵਾਪਸ ਕਰਨਾ। ਇਹੋ ਜਿਹਾ ਸ਼ਾਨਦਾਰ ਘੋੜਾ ਫੇਰ ਕਿੱਥੇ ਮਿਲਣਾ ਹੈ? ਘੋੜੇ ਵਿੱਚ ਕੋਈ ਕਸੂਰ ਨਹੀਂ, ਕਸੂਰ ਉਹਨੂੰ ਕਾਬੂ ਕਰਨ ਵਾਲਿਆਂ ਵਿੱਚ ਹੈ। ਫਿਲਿਪ ਨੇ ਪੁੱਛਿਆ, ਫਿਰ ਤੂੰ ਹੀ ਦੱਸ, ਇਸ ਨੂੰ ਕੌਣ ਕਾਬੂ ਕਰ ਸਕਦਾ ਹੈ? ਸਿਕੰਦਰ ਨੇ ਉੱਤਰ ਦਿੱਤਾ, ਮੈਂ। ਫਿਲਿਪ ਨੇ ਸਿਕੰਦਰ ਦੀ ਦਲੇਰੀ ਤੇ ਹੈਰਾਨ ਹੋ ਕੇ ਕਿਹਾ, ਤੇ ਜੇ ਤੂੰ ਇਹਨੂੰ ਕਾਬੂ ਨਾ ਕਰ ਸਕਿਆ ਤਾਂ ਕਿੰਨਾ ਜੁਰਮਾਨਾ ਦੇਵੇਂਗਾ? ਸਿਕੰਦਰ ਨੇ ਫੌਰਨ ਉੱਤਰ ਦਿੱਤਾ, ਘੋੜੇ ਦਾ ਮੁੱਲ ਮੈਂ ਤਾਰ ਦਿਆਂਗਾ। ਫਿਲਿਪ ਨੇ ਕਿਹਾ, ਮੈਨੂੰ ਮਨਜ਼ੂਰ ਹੈ। ਇਹ ਸੁਣਦਿਆਂ ਹੀ ਸਿਕੰਦਰ ਘੋੜੇ ਵੱਲ ਗਿਆ, ਜੋ ਉਸ ਵੇਲੇ ਕ੍ਰੋਧ ਅਤੇ ਕਹਿਰ ਦੀ ਮੂਰਤ ਬਣੀ ਖੜੋਤਾ ਸੀ। ਸਿਕੰਦਰ ਨੇ ਨਿਧੜਕ ਹੋ ਕੇ ਲਗਾਮ ਫੜੀ ਤੇ ਉਹਨੂੰ ਖਿੱਚ ਕੇ ਉਹਦਾ ਮੂੰਹ ਧੁੱਪ ਵੱਲ ਕਰ ਦਿੱਤਾ। ਸਿਕੰਦਰ ਦੀ ਇਸ ਫੜ ਤੇ ਫਿਲਿਪ ਲਾਗੇ ਖੜੇ ਅਹਿਲਕਾਰ ਅੰਦਰੋਂ ਅੰਦਰ ਹੱਸ ਰਹੇ ਸਨ ਕਿ ਕਿਸ ਵੇਲੇ ਉਹ ਸਿਕੰਦਰ ਨੂੰ ਚੁੱਕ ਕੇ ਥੱਲੇ ਮਾਰਦਾ ਹੈ ਤੇ ਉਹਨੂੰ ਸ਼ਰਤ ਦੀ ਰਕਮ ਤਾਰਨੀ ਪੈਂਦੀ ਹੈ। ਸਿਕੰਦਰ ਨੇ ਹੌਲੀ ਹੌਲੀ ਘੋੜੇ ਦੀ ਪਿੱਠ ਤੇ ਥਾਪੀ ਦਿੱਤੀ। ਜਲਦੀ ਹੀ ਉਹਦਾ ਹਫਨਾ ਕੱਟ ਗਿਆ। ਇੱਕ ਪਲ ਦੇ ਪਲ ਲਈ ਉਹਨੇ ਆਪਣਾ ਸਿਰ ਨੀਵਾਂ ਕੀਤਾ। ਸਿਕੰਦਰ ਇਸ ਮੌਕੇ ਦੀ ਤਾੜ ਵਿੱਚ ਸੀ। ਉਹ ਇੱਕਦਮ ਪਲਾਕੀ ਮਾਰ ਕੇ ਉਹਦੀ ਪਿੱਠ ਤੇ ਚੜ ਗਿਆ ਤੇ ਪੂਰਾ ਤਾਣ ਲਾ ਕੇ ਉਹਨੇ ਘੋੜੇ ਦਾ ਮੂੰਹ ਧੁੱਪ ਵੱਲ ਹੀ ਕਰ ਛੱਡਿਆ। ਘੋੜਾ ਹੌਲੀ ਹੌਲੀ ਤੁਰਨ ਲੱਗ ਪਿਆ। ਫਿਰ ਸਿਕੰਦਰ ਨੇ ਹੌਲੀ ਹੌਲੀ ਉਹਦੀਆਂ ਵਾਗਾਂ ਢਿੱਲੀਆਂ ਕੀਤੀਆਂ। ਹੌਲੀ ਹੌਲੀ ਚਾਲ ਨੂੰ ਤੇਜ਼ ਕਰਦਿਆਂ ਉਹ ਸਰਪਟ ਭੱਜਣ ਲੱਗ ਪਿਆ। ਉਹਨੇ ਸਿਕੰਦਰ ਨੂੰ ਥੱਲੇ ਸੁੱਟਣ ਦਾ ਬਥੇਰਾ ਜ਼ੋਰ ਲਾਇਆ, ਪਰ ਸਿਕੰਦਰ ਜੰਮ ਕੇ ਉਹਦੇ ਤੇ ਬੈਠਾ ਹੀ ਰਿਹਾ। ਜਦ ਘੋੜਾ ਦੌੜ ਦੌੜ ਕੇ ਹਫ ਗਿਆ ਤਾਂ ਉਹਦਾ ਹੱਥ ਟੁੱਟ ਗਿਆ। ਸਿਕੰਦਰ ਉਹਨੂੰ ਉਸ ਥਾਂ ਮੋੜ ਲਿਆਇਆ ਜਿੱਥੇ ਉਹਦਾ ਪਿਤਾ ਖੜਾ ਸੀ। ਥਿਊਫਿਲਸ ਹੁਣ ਬਿਲਕੁਲ ਅਸੀਲ ਬਣ ਗਿਆ ਸੀ। ਸਭ ਅਹਿਲਕਾਰ ਬੁੱਤ ਬਣ ਕੇ ਖੜੇ ਇਹ ਕ੍ਰਿਸ਼ਮਾ ਵੇਖ ਰਹੇ ਸਨ ਤੇ ਸੋਚ ਰਹੇ ਸਨ ਕਿ ਉਹ ਸੁਪਨਾ ਵੇਖ ਰਹੇ ਹਨ ਜਾਂ ਕੋਈ ਸੱਚਮੁੱਚ ਦਾ ਦ੍ਰਿਸ਼। ਜਦ ਸਿਕੰਦਰ ਥਿਊਫਿਲਸ ਤੋਂ ਉਤਰਿਆ ਤਾਂ ਉਹਦੇ ਪਿਤਾ ਨੇ ਉਹਨੂੰ ਕੁੱਟ ਕੇ ਜੱਫੀ ਪਾਈ ਤੇ ਕਿਹਾ, ਬੇਟਾ ਤੂੰ ਬੜਾ ਬਹਾਦਰ ਹੈ। ਮਕਦੂਨੀਆ ਦਾ ਦੇਸ਼ ਤੇਰੀ ਵਿਸ਼ਾਲ ਆਤਮਾ ਲਈ ਬਹੁਤ ਛੋਟਾ ਹੈ। ਤੂੰ ਰਾਜਿਆਂ ਦਾ ਰਾਜਾ ਬਣੇਗਾ। ਸਿਕੰਦਰ ਨੇ ਦੱਸਿਆ, ਬਿਊਫੇਲਸ ਨੂੰ ਵੇਖਦਿਆਂ ਹੀ ਮੈਂ ਇਹ ਗੱਲ ਤਾੜ ਲਈ ਸੀ ਕਿ ਉਹ ਆਪਣੇ ਪਰਛਾਵੇਂ ਕੋਲੋਂ ਡਰਦਾ ਹੈ। ਜਿੰਨਾ ਉਹ ਉਛਲਦਾ ਸੀ ਉਤਨਾ ਹੀ ਉਹਦਾ ਪਰਛਾਵਾਂ ਹਿਲਦਾ ਸੀ, ਜਿਸ ਨਾਲ ਉਹ ਘਬਰਾ ਉੱਠਦਾ ਸੀ। ਇਸ ਡਰ ਨੂੰ ਦੂਰ ਕਰਨ ਲਈ ਮੈਂ ਉਹਦਾ ਮੂੰਹ ਧੁੱਪ ਵੱਲ ਕਰ ਛੱਡਿਆ ਸੀ ਤਾਂ ਜੋ ਉਹਨੂੰ ਆਪਣਾ ਪਰਛਾਵਾਂ ਦਿਸੇ ਹੀ ਨਾ।
जद ਉਹਦਾ डर दूर हो गया ਤਾਂ मैं ਝੱਪਦੇ ही उसनूं काबू कर लिया। उस ਵੇਲੇ सिकंदर की उम्र कुल 16 साल की सी। उस दिन तो लैके आखिरी दम तक थियोफिलस ने सिकंदर की वफादारी का पालन किया। सिकंदर नूं उस ते बड़ा फखर सी ते ਉਹ ਉਹਨੂੰ ਹਮੇਸ਼ਾ ਆਪਣੇ ਨਾਲ ਹੀ ਰੱਖਦਾ ਸੀ ਤੇ ਲੜਾਈ ਸਮੇਂ ਮੈਦਾਨ ਜੰਗ ਵਿੱਚ ਉਸ ਤੇ ਚੜ੍ਹ ਕੇ ਆਪਣੇ ਸਿਪਾਹੀਆਂ ਦੇ ਹੌਸਲੇ ਵਧਾਉਂਦਾ ਸੀ। जब थियोफिलस बुढ़ा हो गया ਤਾਂ ਵੀ हर लड़ाई तो पहला सिकंदर थोड़ा चिर उस ते चढ़ के अपनी फौज का मुआयना करता हुंदा सी। इस नाल ਉਹਦੀ ਸੈਨਾ ਵਿੱਚ ਅਕਹਿ ਜੋਸ਼ ਭਰ ਜਾਂਦਾ ਸੀ। ਇਸ ਪਿੱਛੋਂ ਕਿਸੇ ਹੋਰ ਘੋੜੇ ਤੇ ਚੜ੍ਹ ਜਾਂਦਾ ਸੀ। थियोफिलस 16 ਸਾਲ ਦੀ ਉਮਰ ਵਿੱਚ ਪੋਰਸ ਨਾਲ ਲੜਾਈ ਸਮੇਂ ਜੇਹਲਮ ਦੇ ਕਿਨਾਰੇ ਮਾਰਿਆ ਗਿਆ। ਇਸ ਦੀ ਮੌਤ ਤੇ ਸਿਕੰਦਰ ਨੂੰ ਬੜਾ ਦੁੱਖ ਹੋਇਆ। ਜਿਸ ਥਾਂ ਤੇ ਸਿਕੰਦਰ ਨੇ ਘੋੜੇ ਦਾ ਸੰਸਕਾਰ ਕੀਤਾ ਉੱਥੇ ਉਹਦੇ ਹੁਕਮ ਨਾਲ ਘੋੜੇ ਦੇ ਨਾਂ ਤੇ ਇੱਕ ਸ਼ਹਿਰ ਵਸਾਇਆ ਗਿਆ। ਉਸ ਸ਼ਹਿਰ ਦੇ ਖੰਡਰ ਹਾਲੀ ਵੀ ਮੌਜੂਦ ਹਨ। ਸਿਕੰਦਰ ਦੇ ਮਾਤਾ ਪਿਤਾ। ਜਨਮ ਤੋਂ ਲੈ ਕੇ ਮੌਤ ਤੱਕ ਸਿਕੰਦਰ ਦਾ ਜੀਵਨ ਅਨੋਖੇ ਕਾਰਨਾਮਿਆਂ ਦੀ ਇੱਕ ਲਗਾਤਾਰ ਤਸਵੀਰ ਹੈ। ਉਹ ਕਿਸਮਤ ਵੱਲੋਂ ਹੀ ਦੁਨੀਆ ਨੂੰ ਜਿੱਤਣ ਲਈ ਘੜਿਆ ਗਿਆ ਸੀ ਤੇ ਇੰਜ ਲੱਗਦਾ ਸੀ ਉਸ ਦੇ ਜੀਵਨ ਦੀ ਹਰ ਘਟਨਾ ਉਸ ਨੂੰ ਇਸੇ ਨਿਸ਼ਾਨੇ ਦੇ ਨੇੜੇ ਲਈ ਜਾਂਦੀ ਸੀ। ਪਰ ਇਸ ਨਿਸ਼ਾਨੇ ਤੇ ਅਪਣਨ ਲਈ ਉਹਨੂੰ ਨਾ ਕੇਵਲ ਆਲੇ ਦੁਆਲੇ ਨਾਲ ਕੀ ਬਲਕਿ ਆਪਣੇ ਮਨ ਨਾਲ ਵੀ ਅਣਥੱਕ ਸੰਗਰਾਮ ਕਰਨਾ ਪਿਆ। ਉਹਦੀ ਮਾਤਾ ਓਲੰਪੀਆਸ ਅਤੇ ਉਹਦਾ ਪਿਤਾ ਫਿਲਿਪ ਦੋਵੇਂ ਅਸਾਧਾਰਨ ਸੁਭਾਅ ਦੇ ਸਨ। ਖਾਸ ਕਰਕੇ ਫਿਲਿਪ ਬੜਾ ਤਲਖ ਮਿਜ਼ਾਜ ਸੀ। ਉਹਦੇ ਚਰਿੱਤਰ ਦਾ ਇੱਕ ਪੱਖ ਸਿਕੰਦਰ ਨੂੰ ਵੀ ਵਿਰਸੇ ਵਿੱਚ ਮਿਲਿਆ ਅਤੇ ਵੱਡਾ ਹੋ ਕੇ ਉਹ ਕਈ ਵਾਰ ਇਤਨਾ ਆਪੇ ਤੋਂ ਬਾਹਰ ਹੋ ਜਾਂਦਾ ਸੀ ਤੇ ਕਦੀ ਐਸੀ ਹਰਕਤ ਵੀ ਕਰ ਬੈਠਦਾ ਸੀ ਜਿਸ ਕਾਰਨ ਉਹਨੂੰ ਪਿੱਛੋਂ ਬੜਾ ਪਛਤਾਵਾ ਲੱਗਦਾ ਸੀ। ਉਹਦੀ ਮਾਤਾ ਵੀ ਬੜੇ ਸਖਤ ਸੁਭਾਅ ਦੀ ਔਰਤ ਸੀ ਤੇ ਉਹਨੂੰ ਕਾਬੂ ਕਰਨਾ ਮਾਮੂਲੀ ਗੱਲ ਨਹੀਂ ਸੀ। ਫਿਲਿਪ ਆਪਣੀ ਵੰਸ਼ ਦੀ ਉਤਪਤੀ ਯੂਨਾਨ ਦੇ ਯੋਧੇ ਹਰਕੁਲਿਸ ਤੋਂ ਤੇ ਉਹਦੀ ਰਾਣੀ ਓਲੰਪੀਆਸ ਆਪਣੀ ਵੰਸ਼ ਦੀ ਉਤਪਤੀ ਯੋਧੇ ਐਕਿਲਸ ਤੋਂ ਦੱਸਦੀ ਸੀ। ਫਿਲਿਪ 23 ਸਾਲ ਦੀ ਉਮਰ ਵਿੱਚ ਮਕਦੂਨੀਆ ਤੇ ਤਖਤ ਤੇ ਬੈਠਾ ਉਹ ਬੜਾ ਸਿਆਣਾ ਤੇ ਸੁਲਝਿਆ ਹੋਇਆ ਬਾਦਸ਼ਾਹ ਸੀ। ਇਤਿਹਾਸ ਵਿੱਚ ਉਹ ਬੜਾ ਮਹੱਤਵਪੂਰਨ ਸਥਾਨ ਰੱਖਦਾ ਹੈ। ਆਮ ਤੌਰ ਤੇ ਮਹਾਨ ਵਿਅਕਤੀਆਂ ਦੀ ਔਲਾਦ ਹਮੇਸ਼ਾ ਘਟੀਆ ਹੁੰਦੀ ਹੈ ਪਰ ਸਿਕੰਦਰ ਇੱਕ ਮਹਾਨ ਪਿਤਾ ਦਾ ਮਹਾਨ ਸਪੁੱਤਰ ਸੀ। ਪਿਤਾ ਆਪਣੇ ਪੁੱਤਰ ਦਾ ਆਪਸ ਵਿੱਚ ਸਰੀਰਕ ਬਣਤਰ ਵਿੱਚ ਬੜਾ ਫਰਕ ਸੀ। ਫਿਲਿਪ ਆਪਦੇ ਘੁੰਗਰਾਨੇ ਸੰਗਲੇ ਵਾਲ ਸਨ। ਉਹਦਾ ਨੱਕ ਮੱਥੇ ਨਾਲ ਇੱਕ ਸੀਧ ਵਿੱਚ ਸੀ। ਇਸ ਕਿਸਮ ਦੇ ਨੱਕ ਨੂੰ ਯੂਨਾਨੀ ਨੱਕ ਕਹਿੰਦੇ ਹਨ। ਉਹਦੀ ਇੱਕ ਅੱਖ ਖਰਾਬ ਸੀ। ਇੱਕ ਲੜਾਈ ਵਿੱਚ ਉਹਦੀ ਲੱਤ ਦੀ ਹੱਡੀ ਟੁੱਟ ਜਾਣ ਕਰਕੇ ਉਹ ਲੰਗ ਮਾਰ ਕੇ ਤੁਰਦਾ ਸੀ। ਸਿਕੰਦਰ ਆਪਣੇ ਪਿਤਾ ਦੀ ਲੱਤ ਤੇ ਹੋਏ ਜ਼ਖਮ ਕਾਰਨ ਉਹਦੇ ਨਾਲ ਬੜੀ ਹਮਦਰਦੀ ਰੱਖਦਾ ਸੀ ਤੇ ਜਦ ਕਦੀ ਫਿਲਿਪ ਜ਼ਖਮ ਦੀ ਪੀੜ ਨਾਲ ਕੁਰਲਾ ਉੱਠਦਾ ਸੀ ਤਾਂ ਸਿਕੰਦਰ ਕਹਿੰਦਾ ਹੁੰਦਾ ਸੀ, ਤੁਹਾਨੂੰ ਪੈਰ ਪੁੱਟਣ ਲੱਗਿਆ ਬੇਸ਼ੱਕ ਪੀੜ ਹੁੰਦੀ ਏ ਪਰ ਤੁਸੀਂ ਇਸ ਦੀ ਪਰਵਾਹ ਨਾ ਕਰੋ, ਸਾਨੂੰ ਤੁਹਾਡਾ ਹਰ ਕਦਮ ਤੁਹਾਡੀਆਂ ਜਿੱਤਾਂ ਦੀ ਯਾਦ ਤਾਜ਼ੀ ਕਰਵਾਉਂਦਾ ਹੈ। ਜਦੋਂ ਫਿਲਿਪ ਤਖਤ ਤੇ ਬੈਠਾ ਤਾਂ ਉਹਦੇ ਸਾਹਮਣੇ ਦੋ ਨਿਸ਼ਾਨੇ ਸਨ। ਇੱਕ ਸੀ ਯੂਨਾਨ ਨੂੰ ਇੱਕ ਸੰਯੁਕਤ ਰਾਜ ਥੱਲੇ ਲਿਆਉਣਾ, ਦੂਜੇ ਦੁਨੀਆ ਨੂੰ ਜਿੱਤਣਾ। ਉਹ ਪਹਿਲੇ ਨਿਸ਼ਾਨੇ ਵਿੱਚ ਕਾਫੀ ਹੱਦ ਤੱਕ ਸਫਲ ਹੋ ਗਿਆ ਪਰ ਦੂਜੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਮੌਤ ਨੇ ਉਹਨੂੰ ਆ ਘੇਰਿਆ। ਇਸ ਨਿਸ਼ਾਨੇ ਨੂੰ ਉਹਦੇ ਲੜਕੇ ਸਿਕੰਦਰ ਨੇ ਪੂਰਾ ਕੀਤਾ। ਯੂਨਾਨ ਉਹਨਾਂ ਸਮਿਆਂ ਵਿੱਚ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪਸ ਵਿੱਚ ਸਦਾ ਖੈਬੜਦੇ ਰਹਿੰਦੇ ਸਨ ਤੇ ਇਸ ਤਰ੍ਹਾਂ ਨਾਲ ਆਪਣੀ ਤਾਕਤ ਜ਼ਾਇਆ ਕਰਦੇ ਰਹਿੰਦੇ ਸਨ। ਫਿਲਿਪ ਨੂੰ ਉਹਨਾਂ ਨਾਲ ਲੜਨਾ ਝਗੜਨਾ ਪਸੰਦ ਨਹੀਂ ਸੀ ਪਰ ਯੂਨਾਨੀਆਂ ਦੇ ਇਸੇ ਘਰੋਗੀ ਲੜਾਈ ਝਗੜੇ ਦੇ ਕਾਰਨ ਹੀ ਫਿਲਿਪ ਨੇ ਉਹਨਾਂ ਨੂੰ ਥੋੜ੍ਹੇ ਚਿਰ ਵਿੱਚ ਆਪਣੇ ਅਧੀਨ ਕਰ ਲਿਆ। ਜਦ ਫਿਲਿਪ 25 ਸਾਲ ਦਾ ਸੀ ਤਾਂ ਉਸ ਨੂੰ ਇੱਕ ਵਾਰ ਸੈਮੋਥਰੇਸ ਨਾਮੀ ਟਾਪੂ ਤੇ ਜਾਣ ਦਾ ਮੌਕਾ ਮਿਲਿਆ। ਉੱਥੇ ਉਹਦੀ ਓਲੰਪੀਆਸ ਨਾਲ ਪਹਿਲੀ ਵਾਰ ਮੁਲਾਕਾਤ ਹੋਈ। ਉਹ ਐਪਰੀਅਰਸ ਦੇ ਬਾਦਸ਼ਾਹ ਦੀ ਲੜਕੀ ਸੀ। ਉਹਦੇ ਕਾਲੇ ਸਿਆਹ ਵਾਲ ਤੇ ਜਾਣ ਵਾਲੀਆਂ ਚਮਕੀਲੀਆਂ ਅੱਖਾਂ ਸਨ। ਫਿਲਿਪ ਨੂੰ ਉਹ ਬੜੀ ਚੰਗੀ ਲੱਗੀ। ਉਹਨੇ ਫਿਲਿਪ ਨਾਲ ਵਿਆਹ ਕਰਾਉਣਾ ਮਨਜ਼ੂਰ ਕਰ ਲਿਆ। ਇਹ ਬੜੀ ਆਪ ਹੁਦਰੀ ਤੇ ਵਹਿਮਨ ਤੇ ਅਨੋਖੇ ਚਰਿੱਤਰ ਦੀ ਇਸਤਰੀ ਸੀ ਤੇ ਜਾਦੂ ਟੂਣਿਆਂ ਵਿੱਚ ਬੜਾ ਯਕੀਨ ਰੱਖਦੀ ਸੀ। ਇਹਨੂੰ ਘਰ ਵਿੱਚ ਸੱਪ ਰੱਖਣ ਦਾ ਬੜਾ ਸ਼ੌਂਕ ਸੀ। ਜਦ ਪਰ ਫਿਲਿਪ ਨੂੰ ਸੱਪਾਂ ਦਾ ਘਰ ਵਿੱਚ ਇੱਧਰ ਉੱਧਰ ਫਿਰਨਾ ਚੰਗਾ ਨਹੀਂ ਸੀ ਲੱਗਦਾ, ਇਸ ਲਈ ਉਹ ਬੜਾ ਖਫਾ ਹੁੰਦਾ ਸੀ। ਪਰ ਓਲੰਪੀਆਸ ਦਾ ਕਹਿਣਾ ਸੀ ਕਿ ਉਹ ਸੱਪ ਪਵਿੱਤਰ ਹਨ ਅਤੇ ਡਸਦੇ ਨਹੀਂ ਹਨ। ਓਲੰਪੀਆਸ ਦੇ ਸੁਭਾਅ ਵਿੱਚ ਹੀ ਇਹ ਵਹਿਸ਼ੀਪੁਣਾ ਸੀ ਜੋ ਉਹਦੇ ਹਰ ਕੰਮ ਵਿੱਚ ਪੁੰਗਰ ਪੈਂਦਾ ਸੀ। ਉਹ ਆਪਣੇ ਪੁੱਤਰ ਸਿਕੰਦਰ ਨੂੰ ਵੀ ਵਹਿਸ਼ੀਆਂ ਵਾਂਗ ਹੀ ਪਿਆਰ ਕਰਦੀ ਸੀ। ਇਸੇ ਪਿਆਰ ਕਾਰਨ ਹੀ ਉਸਨੇ ਕਈ ਐਸੀਆਂ ਵਾਰਦਾਤਾਂ ਕੀਤੀਆਂ ਜਿਨ੍ਹਾਂ ਨੂੰ ਯਾਦ ਕਰਕੇ ਮਨ ਕੰਬ ਜਾਂਦਾ ਹੈ। ਫਿਲਿਪ ਦੇ ਪਹਿਲੇ ਵਿਆਹ ਵਿੱਚੋਂ ਇੱਕ ਲੜਕਾ ਸੀ ਜਿਸ ਦਾ ਨਾਂ ਐਰੀਡੀਅਸ ਸੀ। ਕਈਆਂ ਦਾ ਵਿਚਾਰ ਹੈ ਕਿ ਓਲੰਪੀਅਸ ਨੇ ਉਹਨੂੰ ਕੋਈ ਐਸੀ ਜੜੀ ਬੂਟੀ ਘੋਲ ਕੇ ਪਿਆ ਦਿੱਤੀ ਸੀ ਜਿਸ ਕਾਰਨ ਉਹ ਸਦਾ ਲਈ ਪਾਗਲ ਹੋ ਗਿਆ ਸੀ। ਜ਼ਹਿਰ ਪਿਆ ਕੇ ਉਸਨੂੰ ਨਕਾਰਾ ਕਰਨ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਓਲੰਪੀਆਸ ਆਪਣੇ ਪੁੱਤਰ ਲਈ ਗੱਦੀ ਤੇ ਬੈਠਣ ਦਾ ਰਸਤਾ ਸਾਫ਼ ਕਰਨਾ ਚਾਹੁੰਦੀ ਸੀ। ਸਿਕੰਦਰ ਦਾ ਵੀ ਆਪਣੀ ਮਾਤਾ ਨਾਲ ਬੜਾ ਪਿਆਰ ਸੀ। ਏਸ਼ੀਆ ਤੇ ਚੜ੍ਹਾਈ ਕਰਨ ਦੇ ਸਮੇਂ ਤੋਂ ਲੈ ਕੇ ਆਪਣੀ ਮੌਤ ਤੱਕ ਸਿਕੰਦਰ ਨੂੰ ਸਿਰ ਖੁਰਕਣ ਦਾ ਵੀ ਵੇਲ ਨਹੀਂ ਸੀ ਮਿਲਦਾ ਪਰ ਹਰ ਮਹੀਨੇ ਉਹ ਆਪਣੀ ਮਾਤਾ ਨੂੰ ਜ਼ਰੂਰ ਇੱਕ ਚਿੱਠੀ ਲਿਖ ਦਿੰਦਾ ਸੀ ਜਿਸ ਵਿੱਚ ਆਪਣੀਆਂ ਜਿੱਤਾਂ ਦਾ ਵਿਸਥਾਰਪੂਰਵਕ ਹਾਲ ਦਰਜ ਕਰਦਾ ਰਹਿੰਦਾ ਸੀ। ਜਿਸ ਦਿਨ ਸਿਕੰਦਰ ਪੈਦਾ ਹੋਇਆ ਉਸ ਦਿਨ ਫਿਲਿਪ ਯੂਨਾਨ ਵਿੱਚ ਇੱਕ ਫੌਜੀ ਮੁਹਿੰਮ ਤੇ ਗਿਆ ਹੋਇਆ ਸੀ। ਜਿਸ ਦਿਨ ਹਰਕਾਰੇ ਨੇ ਉਹਨੂੰ ਇਹ ਖਬਰ ਸੁਣਾਈ ਤਾਂ ਉਸ ਦਿਨ ਉਹਨੂੰ ਦੋ ਹੋਰ ਚੰਗੀਆਂ ਖਬਰਾਂ ਮਿਲੀਆਂ। ਇੱਕ ਸੀ ਇਲੀਰੀਆ ਦੀ ਜਿੱਤ
ਤੇ ਦੂਜੀ ਓਲੰਪਿਕ ਖੇਡਾਂ ਵਿੱਚ ਉਹਦੇ ਘੋੜੇ ਨੂੰ ਪਹਿਲੇ ਦਰਜੇ ਦਾ ਇਨਾਮ ਮਿਲਣਾ। ਇਸ 'ਤੇ ਫਿਲਿਪ ਨੂੰ ਪੱਕਾ ਯਕੀਨ ਹੋ ਗਿਆ ਕਿ ਉਹਦਾ ਨਵਾਂ ਜਨਮਿਆ ਲੜਕਾ ਬੜਾ ਕਿਸਮਤ ਵਾਲਾ ਹੋਏਗਾ ਤੇ ਆਪਣੇ ਕੁਲ ਦਾ ਨਾਂ ਰੌਸ਼ਨ ਕਰੇਗਾ। ਕਹਿੰਦੇ ਹਨ ਕਿ ਇੱਕ ਦਿਨ ਸਿਕੰਦਰ ਪੈਦਾ ਹੋਇਆ, ਉਸੇ ਦਿਨ ਏਸ਼ੀਆ ਦਾ ਸਭ ਤੋਂ ਮਸ਼ਹੂਰ ਮੰਦਰ, ਜਿਸ ਨੂੰ ਦੇਵੀ ਡਾਇਨਾ ਦਾ ਮੰਦਰ ਕਹਿੰਦੇ ਹਨ ਤੇ ਜੋ ਦੁਨੀਆ ਦੇ 7 ਅਜੂਬਿਆਂ ਵਿੱਚੋਂ ਸੀ, ਸੜ ਕੇ ਸੁਆਹ ਹੋ ਗਿਆ। ਇਸ ਨੂੰ ਅੱਗ ਲਾਉਣ ਵਾਲੇ ਬਦਮਾਸ਼ ਨੇ ਭਾਵੇਂ ਇਹ ਦੱਸਿਆ ਕਿ ਉਹਨੇ ਇਹ ਕੰਮ ਦੁਨੀਆ ਵਿੱਚ ਆਪਣਾ ਨਾਂ ਅਮਰ ਕਰਨ ਲਈ ਕੀਤਾ ਹੈ, ਪਰ ਫਿਰ ਵੀ ਸਿਆਣਿਆਂ ਨੇ ਪੇਸ਼ੀਨਗੋਈ ਕੀਤੀ ਕਿ ਇਹ ਏਸ਼ੀਆ 'ਤੇ ਕੋਈ ਵੱਡੀ ਵਿਪਤਾ ਆਉਣ ਵਾਲੀ ਹੈ। ਸਿਕੰਦਰ ਦਾ ਬਚਪਨ। ਜਦ ਸਿਕੰਦਰ ਵੱਡਾ ਹੋਇਆ ਤਾਂ ਉਹ ਇੱਕ ਬੜਾ ਸੁੰਦਰ ਨੌਜਵਾਨ ਨਿਕਲਿਆ। ਉਹਦਾ ਕੱਦ ਦਰਮਿਆਨਾ ਸੀ ਤੇ ਵੇਖਣ ਨੂੰ ਇਤਨਾ ਤਕੜਾ ਨਹੀਂ ਸੀ ਲੱਗਦਾ ਜਿੰਨਾ ਕਿ ਉਹ ਸੱਚਮੁੱਚ ਸੀ। ਫਿਲਿਪ ਇੱਕ ਬੜੀ ਸੂਝ-ਬੂਝ ਰੱਖਣ ਵਾਲਾ ਹਾਕਮ ਸੀ। ਉਹਨੂੰ ਇਹ ਪਤਾ ਸੀ ਕਿ ਜੇ ਉਹ ਆਪਣੇ ਪਿੱਛੇ ਅਨਪੜ੍ਹ ਔਲਾਦ ਛੱਡ ਗਿਆ ਤਾਂ ਉਹਦਾ ਦੇਸ਼ ਲਈ ਕੀਤਾ ਕਰਾਇਆ ਸਾਰਾ ਕੰਮ ਖੂਹ ਵਿੱਚ ਪੈ ਜਾਏਗਾ। ਇਸ ਲਈ ਉਹਨੇ ਸਿਕੰਦਰ ਨੂੰ ਇੱਕ ਯੋਗ ਤੇ ਸੁਲਝਿਆ ਹਾਕਮ ਬਣਾਉਣ ਲਈ ਉਸ ਨੂੰ ਸਰੀਰਕ, ਮਾਨਸਿਕ ਅਤੇ ਸਾਹਿਤਕ ਸਿੱਖਿਆ ਦਿਵਾਉਣ ਦਾ ਵਧੀਆ ਤੋਂ ਵਧੀਆ ਪ੍ਰਬੰਧ ਕਰਕੇ ਦਿੱਤਾ। ਸਿਕੰਦਰ ਦਾ ਰੰਗ ਸਫੈਦ ਸੀ ਤੇ ਉਹਦੀਆਂ ਗੱਲਾਂ ਵਿੱਚ ਲਾਲੀ ਭਖਦੀ ਸੀ। ਉਹਦੇ ਵਾਲ ਸੁਨਹਿਰੀ ਤੇ ਘੁੰਘਰਾਲੇ ਸਨ। ਉਹਦਾ ਨੱਕ ਤਿੱਖਾ ਸੀ। ਉਹਦੀਆਂ ਅੱਖਾਂ ਫਰਕ ਰੰਗ ਦੀਆਂ ਸਨ। ਕਹਿੰਦੇ ਹਨ ਕਿ ਉਹਦੀ ਖੱਬੀ ਅੱਖ ਨੀਲੀ ਸੀ ਤੇ ਸੱਜੀ ਕਾਲੀ ਸੀ। ਉਹਦੀਆਂ ਵਿੱਚ ਇੱਕ ਜਾਦੂ ਸੀ ਜਿਹੜਾ ਉਹਨਾਂ ਨੂੰ ਵੇਖਣ ਵਾਲਿਆਂ ਨੂੰ ਆਪਣੇ ਅੰਦਰ ਡਰ ਤੇ ਸਤਿਕਾਰ ਪੈਦਾ ਕਰਦਾ ਸੀ। ਉਹ ਬਹੁਤ ਤੇਜ਼ ਦੌੜ ਸਕਦਾ ਸੀ। ਬਾਦਸ਼ਾਹ ਬਣਨ ਤੋਂ ਪਿੱਛੋਂ ਵੀ ਉਹ ਮੁਕਾਬਲੇ ਦੀਆਂ ਦੌੜਾਂ ਵਿੱਚ ਜ਼ਰੂਰ ਭਾਗ ਲੈਂਦਾ ਹੁੰਦਾ ਸੀ। ਇਸ ਆਦਤ ਨੇ ਉਹਨੂੰ ਆਪਣੀਆਂ ਮੁਹਿੰਮਾਂ ਵਿੱਚ ਬੜਾ ਲਾਭ ਦਿੱਤਾ। ਉਹ ਭੁੱਖ, ਪਿਆਸ ਤੇ ਥਕਾਵਟ ਨੂੰ ਇਸ ਸਬਰ ਨਾਲ ਸਹਾਰਦਾ ਸੀ ਕਿ ਉਹਦੇ ਸਾਥੀ ਹੈਰਾਨ ਰਹਿ ਜਾਂਦੇ ਸਨ। ਇਹ ਐਸਾ ਗੁਣ ਸੀ ਜਿਸ ਨਾਲ ਉਹ ਕਈ ਮੁਸ਼ਕਿਲਾਂ ਵਿੱਚੋਂ ਨਾ ਕੇਵਲ ਆਪਣੇ ਆਪ ਨੂੰ ਬਲਕਿ ਆਪਣੀਆਂ ਫੌਜਾਂ ਨੂੰ ਵੀ ਬਚਾਉਂਦਾ ਰਿਹਾ। ਉਹਨੂੰ ਆਪਣੀ ਸਰੀਰਕ ਸੁੰਦਰਤਾ 'ਤੇ ਮਾਣ ਸੀ। ਉਹਨੇ ਹੁਕਮ ਦਿੱਤਾ ਹੋਇਆ ਸੀ ਕਿ ਉਹਦੀ ਆਗਿਆ ਤੋਂ ਬਿਨਾਂ ਕੋਈ ਉਹਦਾ ਚਿੱਤਰ ਜਾਂ ਬੁੱਤ ਨਾ ਬਣਾਏ। ਭਾਵੇਂ ਉਹਦੇ ਪਾਸ ਬੜੇ ਸਿਆਣੇ ਚਿੱਤਰਕਾਰ ਸਨ, ਪਰ ਉਹਨੇ ਕੇਵਲ ਐਫਲੀਜ਼ ਨੂੰ ਹੀ ਆਪਣੇ ਚਿੱਤਰ ਬਣਾਉਣ ਲਈ, ਪੈਰੀਗੈਲੋਟਸ ਨੂੰ ਬੁੱਤ ਬਣਾਉਣ ਲਈ ਅਤੇ ਲਿਸੀਪਸ ਨੂੰ ਤਕਮਿਆਂ 'ਤੇ ਉਹਦੀ ਤਸਵੀਰ ਬਣਾਉਣ ਦੀ ਆਗਿਆ ਦਿੱਤੀ ਹੋਈ ਸੀ। ਫਿਲਿਪ ਨੇ ਸਿਕੰਦਰ ਨੂੰ ਲਾਇਕ ਬਣਾਉਣ ਲਈ ਉਸ ਜ਼ਮਾਨੇ ਦੇ ਪ੍ਰਸਿੱਧ ਵਿਗਿਆਨਕ ਪਹਿਲਾਂ ਨੂੰ ਅਤੇ ਫਿਲਾਸਫਰ ਅਰਸਤੂ ਨੂੰ ਬੜਾ ਪੈਸਾ ਦੇ ਕੇ ਉਹਦੀ ਸਿੱਖਿਆ ਲਈ ਆਪਣੇ ਪਾਸ ਰੱਖਿਆ। ਇਹ ਖੱਤ ਜੋ ਫਿਲਿਪ ਤੇ ਫਿਲਾਸਫਰ ਅਰਸਤੂ ਨੂੰ ਲਿਖਿਆ ਹਾਲੀ ਤੱਕ ਵੀ ਮੌਜੂਦ ਹੈ ਤੇ ਉਹ ਇਸ ਪ੍ਰਕਾਰ ਹੈ। ਫਿਲਿਪ ਅਰਸਤੂ ਨੂੰ ਸਿਹਤ ਲਈ ਸ਼ੁਭ ਇਛਾਵਾਂ ਭੇਜਦਾ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਘਰ ਇੱਕ ਲੜਕੇ ਨੇ ਜਨਮ ਲਿਆ ਹੈ। ਮੈਂ ਦੇਵਤਿਆਂ ਦਾ ਕੇਵਲ ਇਸ ਲਈ ਧੰਨਵਾਦੀ ਨਹੀਂ ਕਿ ਉਹਨਾਂ ਉਹਨੂੰ ਜਨਮ ਦਿੱਤਾ ਹੈ, ਬਲਕਿ ਇਸ ਲਈ ਵੀ ਧੰਨਵਾਦੀ ਹਾਂ ਕਿ ਉਹਦਾ ਤੁਹਾਡੇ ਸਮੇਂ ਵਿੱਚ ਜਨਮ ਹੋਇਆ ਹੈ। ਮੈਂ ਆਸ ਰੱਖਦਾ ਹਾਂ ਕਿ ਉਹ ਤੁਹਾਡੇ ਕੋਲੋਂ ਸਿੱਖਿਆ ਪ੍ਰਾਪਤ ਕਰਕੇ ਇਸ ਵਿਸ਼ਾਲ ਦੇਸ਼ ਦੇ ਰਾਜ ਕਰਨ ਦੇ ਯੋਗ ਹੋ ਜਾਏਗਾ। ਮੇਰਾ ਵਿਚਾਰ ਹੈ ਕਿ ਉਸ ਔਲਾਦ ਨਾਲੋਂ ਜੋ ਕੁੱਲ ਨੂੰ ਲਾਜ ਲਏ, ਔਲਾਦ ਦਾ ਨਾ ਹੋਣਾ ਤਾਂ ਚੰਗਾ ਹੈ। ਸਿਕੰਦਰ ਆਪ ਲਿਖਦਾ ਹੈ, ਮੈਂ ਆਪਣੇ ਪਿਤਾ ਕੋਲੋਂ ਇਤਨਾ ਕੁਝ ਗ੍ਰਹਿਣ ਨਹੀਂ ਕੀਤਾ ਜਿੰਨਾ ਕਿ ਅਰਸਤੂ ਕੋਲੋਂ ਕੀਤਾ ਹੈ। ਫਿਲਿਪ ਨੇ ਮੈਨੂੰ ਜਨਮ ਦਿੱਤਾ ਹੈ, ਪਰ ਜਿਉਣਾ ਮੈਨੂੰ ਅਰਸਤੂ ਨੇ ਸਿਖਾਇਆ ਹੈ। ਅਰਸਤੂ ਦੀ ਸਿੱਖਿਆ ਨੇ ਹੀ ਉਹਨੂੰ ਦੁਨੀਆ ਜਿੱਤਣ ਲਈ ਉਭਾਰਿਆ। ਅਰਸਤੂ ਨੇ ਹੀ ਉਹਨੂੰ ਜਗਤ ਪ੍ਰਸਿੱਧ ਕਵੀ ਹੋਮਰ ਦਾ ਪ੍ਰਸਿੱਧ ਕਾਵਿ ਇਲੀਅਡ ਪੜ੍ਹਨ ਲਈ ਉਕਸਾਇਆ। ਸਿਕੰਦਰ ਨੂੰ ਇਸ ਪੁਸਤਕ ਨਾਲ ਇਤਨਾ ਪਿਆਰ ਸੀ ਕਿ ਉਹਨੇ ਸਾਰੀ ਦੀ ਸਾਰੀ ਮੂੰਹ ਜ਼ੁਬਾਨੀ ਯਾਦ ਕਰ ਲਈ। ਇਸ ਵਿੱਚ ਟਰਾਏ ਦੇ ਯੁੱਧ ਵਿੱਚ ਲੜਨ ਵਾਲੇ ਯੂਨਾਨੀ ਯੋਧਿਆਂ ਦੇ ਕਾਰਨਾਮਿਆਂ ਦਾ ਸਿਕੰਦਰ ਤੇ ਮਨ ਤੇ ਬੜਾ ਪ੍ਰਭਾਵ ਪਿਆ। ਉਹ ਦੋ ਚੀਜ਼ਾਂ ਹਮੇਸ਼ਾ ਆਪਣੇ ਸਰਾਣੇ ਥੱਲੇ ਰੱਖਦਾ ਸੀ। ਇੱਕ ਸੀ ਹੋਮਰ ਦੀ ਪੁਸਤਕ ਇਲੀਅਡ ਤੇ ਦੂਜੀ ਆਪਣੇ ਬਚਾ ਲਈ ਇੱਕ ਖੰਜਰ। ਉਹ ਯੋਧੇ ਐਕਲੀਜ਼ ਨੂੰ ਬੜਾ ਸੁਭਾਗਾ ਸਮਝਦਾ ਸੀ ਕਿਉਂਕਿ ਹੋਮਰ ਵਰਗਾ ਮਹਾਨ ਕਵੀ ਦੇਵਤਿਆਂ ਨੇ ਉਹਦੇ ਕਾਰਨਾਮਿਆਂ ਨੂੰ ਵਰਣਨ ਕਰਨ ਲਈ ਭੇਜਿਆ ਸੀ। ਕਹਿੰਦੇ ਹਨ ਕਿ ਸ਼ਾਮ ਦੇ ਪ੍ਰਸਿੱਧ ਸ਼ਹਿਰ ਦਮਸ਼ਕ ਨੂੰ ਲੁੱਟਣ ਸਮੇਂ ਇੱਕ ਨਿਹਾਇਤ ਹੀ ਸੁੰਦਰ ਸੰਦੂਕੜੀ ਉਹਦੇ ਹੱਥ ਲੱਗੀ। ਸਿਕੰਦਰ ਉਹਨੂੰ ਵੇਖ ਕੇ ਬੜਾ ਖੁਸ਼ ਹੋਇਆ। ਉਹਦੇ ਮਿੱਤਰ ਪੁੱਛਣ ਲੱਗੇ, ਤੁਸੀਂ ਇਸ ਨੂੰ ਕਿਸ ਲਈ ਵਰਤਣਾ ਚਾਹੁੰਦੇ ਹੋ? ਈਰਾਨ ਦਾ ਸ਼ਹਿਨਸ਼ਾਹ ਤਾਂ ਇਸ ਵਿੱਚ ਅਤਰ ਰੱਖਦਾ ਹੁੰਦਾ ਸੀ। ਸਿਕੰਦਰ ਨੇ ਉੱਤਰ ਦਿੱਤਾ, ਇਹ ਸੰਦੂਕੜੀ ਜੋ ਮਨੁੱਖੀ ਕਾਰੀਗਰੀ ਦਾ ਅਜਬ ਨਮੂਨਾ ਹੈ, ਮਨੁੱਖੀ ਦਿਮਾਗ ਦੀ ਸਭ ਤੋਂ ਉੱਤਮ ਰਚਨਾ ਇਲੀਅਡ ਨੂੰ ਰੱਖਣ ਦੇ ਯੋਗ ਹੈ। ਇੱਕ ਹੋਰ ਘਟਨਾ ਵੀ ਦੱਸਦੀ ਹੈ ਕਿ ਉਹ ਇਸ ਕਾਵਿ ਨੂੰ ਕਿਤਨਾ ਪਿਆਰ ਕਰਦਾ ਸੀ। ਇੱਕ ਵਾਰ ਇੱਕ ਹਰਕਾਰਾ ਬੜੇ ਖਿੜੇ ਹੋਏ ਚਿਹਰੇ ਨਾਲ ਭੱਜਾ ਸਿਕੰਦਰ ਨੂੰ ਇੱਕ ਖੁਸ਼ਖਬਰੀ ਸੁਣਾਉਣ ਲਈ ਆਇਆ। ਸਿਕੰਦਰ ਨੇ ਕਿਹਾ, ਇਸ ਤੋਂ ਸਿਵਾਏ ਕਿ ਹੋਮਰ ਮੁੜ ਜੀ ਪਿਆ ਹੈ ਕਿ ਹੋਰ ਖਬਰ ਇਤਨੀ ਚੰਗੀ ਕੀ ਹੋ ਸਕਦੀ ਹੈ। ਸਿਕੰਦਰ ਨੂੰ ਕਲਾ ਨਾਲ ਵੀ ਬੜਾ ਪ੍ਰੇਮ ਸੀ। ਉਹ ਸੰਗੀਤ ਨੂੰ ਬੜਾ ਸਤਿਕਾਰਦਾ ਸੀ ਤੇ ਉਹਨੇ ਹਾਰਪ, ਜੋ ਉਸ ਜ਼ਮਾਨੇ ਦਾ ਪ੍ਰਸਿੱਧ ਸਾਜ਼ ਸੀ, ਵਜਾਉਣੀ ਸਿੱਖ ਲਈ। ਸੰਗੀਤ ਵਿੱਚ ਸ਼ੌਂਕ ਵੇਖ ਕੇ ਫਿਲਿਪ ਨੂੰ ਖਤਰਾ ਪੈ ਗਿਆ ਕਿ ਸਿਕੰਦਰ ਕਿਤੇ ਜੰਗ ਅਤੇ ਜਿੱਤਾਂ ਵਿੱਚ ਸ਼ੌਂਕ ਹੀ ਨਾ ਖੋ ਬੈਠੇ। ਉਹ ਹੌਲੀ ਸਿਕੰਦਰ ਨੂੰ ਉਹਨਾਂ ਜ਼ਿੰਮੇਵਾਰੀਆਂ ਨੂੰ ਚੁੱਕਣ ਦੇ ਕਾਬਲ ਬਣਾਉਂਦਾ ਰਿਹਾ ਜਿਹੜੀਆਂ ਫਿਲਿਪ ਤੋਂ ਪਿੱਛੋਂ ਰਾਜ ਦੇ ਫੈਲਣ ਨਾਲ ਸਿਕੰਦਰ ਦੇ ਸਿਰ 'ਤੇ ਪੈਣੀਆਂ ਸਨ। ਅਸਲ ਵਿੱਚ ਵੇਖਿਆ ਜਾਏ ਤਾਂ ਫਿਲਿਪ ਨੇ ਹੀ ਸਿਕੰਦਰ ਦੀਆਂ ਹੋਣ ਵਾਲੀਆਂ ਜਿੱਤਾਂ ਦੀ ਨੀਂਹ ਰੱਖੀ। ਜਦ ਫਿਲਿਪ ਨੇ ਯੂਨਾਨ 'ਤੇ ਚੜ੍ਹਾਈ ਕੀਤੀ ਤਾਂ ਸਿਕੰਦਰ ਦੀ ਉਮਰ ਉਸ ਵੇਲੇ ਕੇਵਲ 17 ਸਾਲ ਦੀ ਸੀ। ਫਿਲਿਪ ਆਪਣੀ ਗੈਰ ਹਾਜ਼ਰੀ ਵਿੱਚ ਰਾਜ ਪ੍ਰਬੰਧ ਚਲਾਉਣ ਲਈ ਸਿਕੰਦਰ ਨੂੰ ਪਿਛਾਂਹ ਛੱਡ ਗਿਆ। ਜਿਵੇਂ ਹੀ ਫਿਲਿਪ ਯੂਨਾਨ ਦੀ ਮੁਹਿੰਮ 'ਤੇ ਗਿਆ ਤਾਂ ਮਕਦੂਨੀਆ ਦੀ ਉੱਤਰੀ ਸਰਹੱਦਾਂ 'ਤੇ ਰਹਿਣ ਵਾਲੇ ਇੱਕ ਜੰਗਲੀ ਕਬੀਲੇ ਨੇ ਦੇਸ਼ 'ਤੇ ਹਮਲਾ ਕਰ ਦਿੱਤਾ।
ਸਿਕੰਦਰ ਨੇ ਬੜੀ ਫੁਰਤੀ ਨਾਲ ਤਿਆਰੀ ਕਰਕੇ ਵੈਰੀ ਦਾ ਟਾਕਰਾ ਕੀਤਾ ਤੇ ਪੂਰੀ ਤਰ੍ਹਾਂ ਸਸ਼ਕਤ ਦੇ ਕੇ ਉਹਦੀ ਰਾਜਧਾਨੀ 'ਤੇ ਕਬਜ਼ਾ ਕਰ ਲਿਆ। ਇਹ ਖਬਰ ਸੁਣ ਕੇ ਫਿਲਿਪ ਬੜਾ ਪ੍ਰਸੰਨ ਹੋਇਆ। ਸਿਕੰਦਰ ਨੇ ਇੱਕ ਜਿੱਤੇ ਹੋਏ ਸ਼ਹਿਰ ਦਾ ਨਾਂ ਆਪਣੇ ਨਾਂ 'ਤੇ ਸਿਕੰਦਰੋਪੋਲ ਰੱਖ ਦਿੱਤਾ। ਯੂਨਾਨ ਦੇ ਜਿੱਤਣ ਲਈ ਸਭ ਤੋਂ ਵੱਡੀ ਲੜਾਈ ਜੋ ਫਿਲਿਪ ਨੂੰ ਲੜਨੀ ਪਈ ਉਹ ਸ਼ੈਰੋਨੀਆ ਦੀ ਲੜਾਈ ਸੀ। ਫਿਲਿਪ ਨੇ ਸਿਕੰਦਰ ਦੀ ਬਹਾਦਰੀ ਦੀ ਅਜ਼ਮਾਇਸ਼ ਲੈਣ ਲਈ ਉਹਨੂੰ ਘੋੜਸਵਾਰ ਸੈਨਾ ਦੀ ਕਮਾਨ ਸੌਂਪ ਦਿੱਤੀ। ਸਿਕੰਦਰ ਦੀ ਉਮਰ ਇਸ ਵੇਲੇ 13 ਸਾਲ ਦੀ ਸੀ। ਸਿਕੰਦਰ ਨੇ ਵੈਰੀ 'ਤੇ ਐਸਾ ਜ਼ਬਰਦਸਤ ਹੱਲਾ ਬੋਲਿਆ ਕਿ ਵੈਰੀ ਦੀ ਕਿਲ੍ਹੇਬੰਦੀ ਟੁੱਟ ਗਈ ਤੇ ਫਿਲਿਪ ਨੇ ਜਿੱਤ ਪ੍ਰਾਪਤ ਕੀਤੀ। ਸ਼ੈਰੋਨੀਆ ਦੀ ਲੜਾਈ ਤੋਂ ਪਿੱਛੋਂ ਫਿਲਿਪ ਯੂਨਾਨੀਆਂ ਨਾਲ ਮਿੱਤਰਤਾ ਗੰਢਣਾ ਚਾਹੁੰਦਾ ਸੀ, ਇਸ ਲਈ ਫਿਲਿਪ ਨੇ ਸਦਭਾਵਨਾ ਦਾ ਸੁਨੇਹਾ ਯੂਨਾਨੀਆਂ ਵੱਲ ਸਿਕੰਦਰ ਦੁਆਰਾ ਭੇਜਿਆ। ਆਪਣੇ ਮਿੱਤਰ ਹੈਫੀਸਟੀਅਨ ਨੂੰ ਨਾਲ ਲੈ ਕੇ ਸਿਕੰਦਰ ਉਹਨਾਂ ਯੂਨਾਨੀ ਸਿਪਾਹੀਆਂ ਦੇ ਫੁੱਲ ਜੋ ਲੜਾਈ ਵਿੱਚ ਕੰਮ ਆਏ ਸਨ ਇੱਕ ਕੁੱਜੇ ਵਿੱਚ ਪਾ ਕੇ ਯੂਨਾਨ ਦੀ ਰਾਜਧਾਨੀ ਏਥਨ ਵਿੱਚ ਗਿਆ। ਉਹਨੇ ਇਹ ਜ਼ਿੰਮੇਵਾਰੀ ਦਾ ਕੰਮ ਬੜੀ ਯੋਗਤਾ ਨਾਲ ਸਿਰੇ ਚੜਾਇਆ ਤੇ ਯੂਨਾਨੀਆਂ ਨੇ ਫਿਲਿਪ ਨੂੰ ਆਪਣਾ ਸਰਦਾਰੇ ਆਜ਼ਮ ਚੁਣ ਲਿਆ। ਫਿਲਿਪ ਆਪਣੀ ਰਾਣੀ ਓਲੰਪੀਆਸ ਤੋਂ ਬੜਾ ਤੰਗ ਸੀ, ਸੋ ਉਹਨੇ ਇੱਕ ਹੋਰ ਇਸਤਰੀ ਵਿਆਹ ਲਈ। ਇਸ ਦਾ ਨਾਂ ਸੀ ਕਲੀਓਪੈਟਰਾ। ਇਸ 'ਤੇ ਓਲੰਪੀਆਸ ਨੂੰ ਗੁੱਸਾ ਚੜਿਆ। ਉਹਨੇ ਸਿਕੰਦਰ ਦੁਆਰਾ ਫਿਲਿਪ ਤੋਂ ਬਦਲਾ ਲੈਣਾ ਚਾਹਿਆ। ਉਹਨੇ ਹੌਲੀ ਹੌਲੀ ਸਿਕੰਦਰ ਦੇ ਫਿਲਿਪ ਦੇ ਵਿਰੁੱਧ ਕੰਨ ਭਰ ਦਿੱਤੇ ਤੇ ਉਹਨੂੰ ਸਿਖਾਇਆ ਕਿ ਫਿਲਿਪ ਆਪਣੇ ਮਰਨ ਤੋਂ ਪਿੱਛੋਂ ਰਾਜ ਆਪਣੇ ਕਿਸੇ ਹੋਰ ਲੜਕੇ ਨੂੰ ਸੌਂਪਣਾ ਚਾਹੁੰਦਾ ਹੈ। ਕਲੀਓਪੈਟਰਾ ਨਾਲ ਵਿਆਹ ਹੋਣ ਦੀ ਖੁਸ਼ੀ ਵਿੱਚ ਫਿਲਿਪ ਨੇ ਇੱਕ ਬੜੀ ਵੱਡੀ ਦਾਵਤ ਕੀਤੀ। ਕਲੀਓਪੈਟਰਾ ਦੇ ਚਾਚੇ ਨੇ ਸ਼ਰਾਬ ਦੀ ਮਦਹੋਸ਼ੀ ਵਿੱਚ ਇੱਕ ਭਾਸ਼ਣ ਦਿੱਤਾ ਜਿਸ ਵਿੱਚ ਉਹਨੇ ਇਹ ਇੱਛਾ ਪ੍ਰਗਟ ਕੀਤੀ ਕਿ ਨਵੇਂ ਵਿਆਹ ਤੋਂ ਫਿਲਿਪ ਦੇ ਘਰ ਇੱਕ ਲੜਕਾ ਪੈਦਾ ਹੋਏ ਜਿਹੜਾ ਰਾਜ ਗੱਦੀ ਸੰਭਾਲਣ ਦੇ ਲਾਇਕ ਬਣੇ। ਸਿਕੰਦਰ ਇਹ ਸੁਣ ਕੇ ਲਾਲ ਪੀਲਾ ਹੋ ਗਿਆ ਤੇ ਕੜਕ ਕੇ ਬੋਲਿਆ, ਉਹ ਪਾਜੀ ਦੇਸ਼ਦਰੋਹੀ, ਤੂੰ ਮੇਰਾ ਹੱਕ ਮਾਰਨਾ ਚਾਹੁੰਦਾ ਹੈ ਕਿ ਮੈਂ ਤਖਤ ਦੇ ਲਾਇਕ ਨਹੀਂ? ਫਿਲਿਪ ਵੀ ਸ਼ਰਾਬ ਵਿੱਚ ਮਦਹੋਸ਼ ਸੀ। ਉਹ ਇਹ ਸੁਣ ਕੇ ਲੜਖੜਾਉਂਦਾ ਹੋਇਆ ਉੱਠਿਆ ਤੇ ਉਹਨੇ ਆਪਣੀ ਤਲਵਾਰ ਵਿੱਚੋਂ ਮਿਆਨ ਨੂੰ ਕੱਢਣ ਦਾ ਯਤਨ ਕੀਤਾ, ਪਰ ਉਹਦਾ ਪੈਰ ਤਿਲਕ ਗਿਆ ਤੇ ਉਹ ਤੜਮ ਕਰਦਾ ਪੁੰਜੇ ਜਾ ਪਿਆ। ਸਿਕੰਦਰ ਉਹਦੇ ਕੋਲ ਗਿਆ ਤੇ ਨਫ਼ਰਤ ਭਰੀ ਆਵਾਜ਼ ਵਿੱਚ ਆਪਣੇ ਪਿਤਾ ਵੱਲ ਇਸ਼ਾਰਾ ਕਰਦਿਆਂ ਕਹਿਣ ਲੱਗਾ, ਮਕਦੂਨੀਆ ਦੇ ਵਾਸੀਓ, ਵੇਖ ਲਓ, ਤੁਸੀਂ ਜਿੱਤਾਂ ਦੀਆਂ ਆਸਾਂ ਇਸ ਆਦਮੀ 'ਤੇ ਲਾਈ ਬੈਠੇ ਹੋ ਜਿਹੜਾ ਖੜੋ ਕੇ ਇੱਕ ਮੇਜ਼ ਤੋਂ ਦੂਜੀ ਮੇਜ਼ ਤੱਕ ਵੀ ਨਹੀਂ ਸੀ ਜਾ ਸਕਦਾ। ਸਿਕੰਦਰ ਦਾ ਰਾਜ ਪ੍ਰਬੰਧ ਨੂੰ ਸੰਭਾਲਣਾ। ਜਦੋਂ ਸਿਕੰਦਰ ਦੇ ਸਿਰ ਤੋਂ ਆਪਣੇ ਪਿਤਾ ਦਾ ਸਾਇਆ ਉੱਠ ਗਿਆ ਤਾਂ ਉਸ ਵੇਲੇ ਉਸਦੀ ਉਮਰ ਕੇਵਲ 20 ਸਾਲ ਸੀ, ਪਰ ਉਹਦਾ ਚਰਿੱਤਰ ਪੂਰੀ ਤਰ੍ਹਾਂ ਬਣ ਚੁੱਕਾ ਸੀ ਤੇ ਉਹਨੇ ਜ਼ਿੰਮੇਵਾਰੀਆਂ ਲਈ ਪੂਰੀ ਤਰ੍ਹਾਂ ਤਿਆਰ ਸੀ ਜਿਹੜੀਆਂ ਉਹਦੇ ਸਿਰ 'ਤੇ ਪੈਣੀਆਂ ਸਨ। ਉਹਦੇ ਚਰਿੱਤਰ ਦੇ ਦੋ ਪੱਖ ਸਨ ਜਿਹੜੇ ਇੱਕ ਦੂਜੇ ਤੋਂ ਉਲਟ ਸਨ। ਉਹ ਬੜਾ ਪਿਆਰ ਵਾਲਾ, ਖੁਲਾਸੇ ਸੁਭਾਅ ਦਾ ਤੇ ਮਿੱਤਰਾਂ ਦਾ ਮਿੱਤਰ ਸੀ। ਉਹ ਆਪਣੇ ਆਪ ਨੂੰ ਦੋਸਤਾਂ ਲਈ ਕੁਰਬਾਨ ਕਰ ਦਿੰਦਾ ਸੀ। ਦੂਜੇ ਪਾਸੇ ਉਹ ਆਪਣੇ ਗੁੱਸੇ 'ਤੇ ਕਾਬੂ ਨਹੀਂ ਸੀ ਪਾ ਸਕਦਾ ਤੇ ਸ਼ਰਾਬ ਪੀਣ ਦਾ ਆਦੀ ਹੋ ਗਿਆ ਤੇ ਸ਼ਰਾਬ ਵਿੱਚ ਮਦਹੋਸ਼ ਹੋ ਕੇ ਉਹ ਐਸੀਆਂ ਹਰਕਤਾਂ ਕਰ ਬੈਠਦਾ ਸੀ ਜਿਹੜੀਆਂ ਉਹਦੇ ਚਰਿੱਤਰ 'ਤੇ ਸਦਾ ਲਈ ਇੱਕ ਕਾਲਾ ਧੱਬਾ ਛੱਡ ਗਈਆਂ ਹਨ। ਸਭ ਤੋਂ ਵੱਡਾ ਗੁਣ ਉਹਦੇ ਵਿੱਚ ਇਹ ਸੀ ਕਿ ਉਹ ਹਰ ਗੱਲ ਦਾ ਫੌਰਨ ਫੈਸਲਾ ਕਰਦਾ ਸੀ ਤੇ ਫੌਰਨ ਹੀ ਉਸ ਫੈਸਲੇ 'ਤੇ ਅਮਲ ਕਰਦਾ ਸੀ। ਉਸ ਸਮੇਂ ਬਹੁਤ ਘੱਟ ਲੋਕ ਦਾੜੀ ਮੁੱਛਾਂ ਬਣਾਉਂਦੇ ਸਨ। ਸਿਕੰਦਰ ਨੇ ਹੀ ਪਹਿਲਾਂ ਵਾਲ ਕਟਾਉਣ ਦਾ ਫੈਸ਼ਨ ਸ਼ੁਰੂ ਕੀਤਾ ਜੋ ਅੱਜ ਕੱਲ੍ਹ ਸਭ ਦੁਨੀਆ ਵਿੱਚ ਫੈਲ ਚੁੱਕਾ ਹੈ। ਇਹ ਵਿਖਾਵੇ ਦਾ ਬੜਾ ਚਾਹਵਾਨ ਸੀ। ਇਹਨੇ ਬਹੁਤ ਸਾਰੇ ਨਵੇਂ ਸ਼ਹਿਰ ਆਪਣੇ ਨਾਂ 'ਤੇ ਵਸਾਏ। ਇਹ ਸਿੱਕਿਆਂ ਅਤੇ ਤਕਮਿਆਂ 'ਤੇ ਆਪਣੀ ਤਸਵੀਰ ਬਣਵਾਉਂਦਾ ਸੀ ਤਾਂ ਜੋ ਇਹਦੀ ਸਦਾ ਤੱਕ ਯਾਦ ਤਾਜ਼ੀ ਰਹੇ। ਇਹ ਪਹਿਲੀ ਉਮਰ ਵਿੱਚ ਆਪਣੀ ਸਿਹਤ ਦਾ ਬੜਾ ਧਿਆਨ ਰੱਖਦਾ ਰਿਹਾ। ਇਹ ਬੜੀ ਕਸਰਤ ਕਰਦਾ ਹੁੰਦਾ ਸੀ ਤੇ ਸੰਜਮ ਨਾਲ ਖਾਂਦਾ ਪੀਂਦਾ ਸੀ। ਔਰਤਾਂ ਵੱਲ ਇਹਦਾ ਕੋਈ ਝੁਕਾਅ ਨਹੀਂ ਸੀ। ਇਹ ਨੀਂਦ ਦਾ ਬੜਾ ਸ਼ੌਕੀਨ ਸੀ। ਐਸ਼ ਇਸ਼ਰਤ ਅਤੇ ਧਨ ਦੌਲਤ ਨੂੰ ਇਹ ਤੁੱਛ ਸਮਝਦਾ ਸੀ। ਇਹ ਆਪਣੇ ਅਫਸਰਾਂ ਨੂੰ ਬੜੀ ਸਿਆਣਪ ਨਾਲ ਚੁਣਦਾ ਸੀ ਤੇ ਉਹ ਇਹਦੇ ਲਈ ਜਾਨ ਤੱਕ ਵਾਰਨ ਨੂੰ ਤਿਆਰ ਹੁੰਦੇ ਸਨ। ਉਹਦੇ ਮਿੱਤਰਾਂ ਵਿੱਚੋਂ ਦੋ ਦੇ ਨਾਂ ਖਾਸ ਵਰਣਨਯੋਗ ਹਨ। ਇੱਕ ਸੀ ਕਲਾਇਟਸ ਤੇ ਦੂਸਰਾ ਸੀ ਹੈਫੀਸਟੀਅਨ। ਸਿਕੰਦਰ ਦਾ ਸਭ ਤੋਂ ਯੋਗ ਜਰਨੈਲ ਪਾਰਮੀਨੀਓ ਸੀ। ਉਹ ਬਾਦਸ਼ਾਹ ਫਿਲਿਪ ਦੇ ਸਮੇਂ ਦਾ ਸੀ ਤੇ ਬੜਾ ਤਜਰਬੇਕਾਰ ਸੀ। ਇਸ ਜਰਨੈਲ ਦਾ ਪੁੱਤਰ ਫਿਲੋਟਾਸ ਵੀ ਸਿਕੰਦਰ ਦਾ ਨਜ਼ਦੀਕੀ ਮਿੱਤਰ ਸੀ। ਇੱਕ ਹੋਰ ਤਜਰਬੇਕਾਰ ਜਰਨੈਲ ਐਂਟੀਪੇਟਰ ਸੀ ਜਿਸ 'ਤੇ ਸਿਕੰਦਰ ਨੂੰ ਬੜਾ ਇਤਬਾਰ ਸੀ। ਸਿਕੰਦਰ ਏਸ਼ੀਆ ਦੀ ਮੁਹਿੰਮ 'ਤੇ ਤੁਰਨ ਤੋਂ ਪਹਿਲਾਂ ਮਕਦੂਨੀਆ ਦਾ ਰਾਜ ਪ੍ਰਬੰਧ ਇਹਨੂੰ ਸੌਂਪ ਗਿਆ ਸੀ ਜੋ ਇਹਨੇ ਬੜੀ ਯੋਗਤਾ ਨਾਲ ਸੰਭਾਲਿਆ। ਏਸ਼ੀਆ ਵੱਲ ਮੂੰਹ ਮੋੜਨ ਪਿੱਛੋਂ ਫਿਰ ਉਸਦੀ ਐਂਟੀਪੇਟਰ ਨਾਲ ਮੁਲਾਕਾਤ ਨਹੀਂ ਹੋ ਸਕੀ। ਤਖ਼ਤ 'ਤੇ ਬੈਠਣ ਸਮੇਂ ਕਿਸੇ ਨੇ ਸਿਕੰਦਰ ਦਾ ਕੋਈ ਖਾਸ ਵਿਰੋਧ ਨਹੀਂ ਕੀਤਾ। ਉਹਨੂੰ ਇੱਕ ਪੂਰੀ ਤਰ੍ਹਾਂ ਲੈਸ ਅਤੇ ਸਿੱਖੀ ਸਿਖਾਈ ਫੌਜ ਵੀ ਮਿਲ ਗਈ। ਉਹਨੇ ਤਖ਼ਤ 'ਤੇ ਬੈਠਦਿਆਂ ਹੀ ਆਪਣੇ ਪਿਤਾ ਦੀ ਹੱਤਿਆ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਤੇ ਆਪਣੀ ਮਾਤਾ ਓਲੰਪੀਆਸ ਨੂੰ ਵੀ ਆਪਣੀ ਮਤਰੇਈ ਮਾਂ ਕਲੀਓਪੈਟਰਾ ਦੇ ਮਰਵਾਨ 'ਤੇ ਝਾੜਾਂ ਪਾਈਆਂ। ਜਿਵੇਂ ਹੀ ਫਿਲਿਪ ਦੀ ਮੌਤ ਦੀ ਖਬਰ ਦੂਰ ਦੂਰ ਤੱਕ ਫੈਲੀ, ਆਜ਼ਾਦ ਪਸੰਦ ਯੂਨਾਨੀਆਂ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਹਾਲਾਂਕਿ ਸ਼ੈਰੋਨੀਆ ਦੀ ਲੜਾਈ ਵਿੱਚ ਉਹਨੇ ਯੂਨਾਨੀਆਂ ਨੂੰ ਚੰਗੇ ਹੱਥ ਵਿਖਾਏ ਸਨ, ਪਰ ਫਿਰ ਵੀ ਉਹ ਸਿਕੰਦਰ ਨੂੰ ਅਲੜ ਜਿਹਾ ਛੋਕਰਾ ਹੀ ਸਮਝਦੇ ਸਨ ਜਿਸ ਨੂੰ ਨਜਿੱਠਣਾ ਖੱਬੇ ਹੱਥ ਦਾ ਕੰਮ ਸੀ। ਪਰ ਇਹ ਉਹਨਾਂ ਦੀ ਬੜੀ ਵੱਡੀ ਗਲਤਫਹਿਮੀ ਸੀ। ਫਿਲਿਪ ਦੀ ਮੌਤ ਦਾ ਕੇਵਲ ਮਕਦੂਨੀਆ ਵਿੱਚ ਹੀ ਥੋੜ੍ਹਾ ਬਹੁਤ ਅਸਰ ਹੋਇਆ।
लोकां विच बेचैनी फैल गई। उत्तरी सरहद के कबायलियां ने भी गड़बड़ कर दी। सब का ख्याल सी कि सिकंदर सीधा यूनान ते चढ़ाई करेगा, पर सिकंदर ने सब पेशेनगोईयां नूं गलत साबित कर दिता। वो बड़ा सियाणा सी तो वो ये गल चंगी तरह जानदा सी कि अगे दौड़ ते पिछा चौड़ दा कोई लाभ नहीं, बाहर हमला करन तो पहलां घर दी बदअमनी दूर करनी जरूरी है। सो उन्हें बिजली की तेजी नाल उत्तरी सरहदां ते पहुँच के कबायलियां दी राजधानी बुखारस नूं जा घेरिया ते ऐसी फंड चाड़ी कि फिर उन्होंने सिकंदर के विरुद्ध बगावत करन दा नां तक न लिया। फिर उन्हें यूनान वाल मूँह मोड़िया। कुछ जनानियों नूं पता सी कि सिकंदर का वड्डा निशाना ईरान की जित है, इसलिए उन्हें उहदी हमायत ते सन, पर कई उहदे करड़े विरोधी सन। थीब्स का शहर इन्हां विरोधियों का मोहरी सी। सिकंदर ने थीब्स वालियां वाल सुनेहा घल्लिया कि जे उहदी ईन मन लैन ते बगावत ते मोहरी उहदे हवाले कर देन तो उन्हां नूं मुआफ कर देवेगा। थीब्स वालियां ने उहदी मित्रता की पेशकश नूं ठुकरा दिता। सिकंदर नूं बड़ा गुस्सा चढ़िया। उन्हें थीब्स ते चढ़ाई का हुक्म दे दिता। मामूली जी झड़प पिछों उन्हें शहर नूं काबू कर लिया तो उन्होंने साड़ फूक के स्वाह की ढेरी कर दिता। उन्हें 30,000 शहर निवासियों नूं गुलाम बना के वेच दिता ते 6,000 मौत के घाट उतारे गए। सारे शहर में उन्हें केवल इक्को घर ही खड़िया रहन दिता। एक घर प्रसिद्ध यूनानी कवि पिंडार का सी। सिकंदर के मन में उस कवि की बड़ी इज्जत सी। सिकंदर ने उन्होंने शहर निवासियों भी छड़ दिता जो पिंडार की संतान विचों सन। थीब्स की तबाही ही एक माड़ी गल सी जो सिकंदर ने की, पर उन्हें गुस्से में आके शहर नूं तबाह नहीं सी कीता। वो इस तरह करके बाकी यूनानियों नूं सबक सिखाना चाहता सी कि जे उन्होंने उहदा विरोध किया तो उन्हों का भी यही हाल होवेगा। सिकंदर का एक क्याफा ठीक निकलिया। थीब्स की दुर्दशा वेख के बाकी यूनानियों के दिलों में सिकंदर के नां की डैस पै गई तो वही वफादारी का दम भरन लग पे। इत्थों तक कि सिकंदर की एशिया ते चढ़ाई तो पिछों किसी यूनानी शहर नूं बगावत करन दा हिया तक न पिया। बाद विच इस शहर की तबाही का सिकंदर के मन ते बड़ा भार रहा तो उन्हें दूर करने लई थीब्स ते रहन वालियां नाल और बड़ी नेकी नाल पेश आउंदा रहा। वैसे भी वो दयावान ते बहादरां की कदर करता सी। थीब्स की लड़ाई नाल संबंध रखती एक निक्की जी घटना इस गल का सबूत है। सिकंदर के सिपाही थीब्स की एक औरत नूं पकड़ के लियाए, क्योंकि जब सिपाही शहर नूं अग ला रहे सन तो उन्हें अपने घर नूं बचाउण लई यूनानियों का सख्त टाकरा किया। एक सिपाही ने उस तो पूछा कि तेरे पास सोना है? उन्हें अगों उत्तर दिता, हाँ है, पर मैं वो घर के विहड़े विचले खूह विच लुका के रखिया होया है। जद वो सिपाही चुक के खूह विच झाती मारन लगा तो उस औरत ने वो धक्का दे के खूह विच सुट दिता तो उपरों पत्थर मार मार के उन्होंने खत्म कर दिता। जब सिकंदर ने वो मूँह एक कहानी सुनी तो उन्हें उस औरत की जान बख्श दी तो क्या भावें इन्हें साडा एक सिपाही मार दिता है, पर मैं इसकी बहादरी की तारीफ करनों नहीं रह सकता। डायोगनीज एक यूनानी फिलासफर सी जो सिकंदर का समकाली सी। ਉਹਦੀ मशहूरी दूर दूर तक फैली हुई सी। ਉਹਦਾ कोई घर घाट नहीं सी। ਉਹ केवल एक ਲੱਕੜ ਦੇ ਟੱਪ ਵਿੱਚ ਰਹਿੰਦਾ ਸੀ। ਉਹ ਸਦਾ ਸੱਚਾਈ ਦੀ ਭਾਲ ਵਿੱਚ ਰਹਿੰਦਾ ਸੀ ਤੇ ਕੋਈ ਕੰਮਕਾਰ ਨਹੀਂ ਸੀ ਕਰਦਾ। ਸਿਕੰਦਰ ਇਸ ਕਿਸਮ ਦੇ ਨਿਰਾਲੇ ਫਕੀਰ ਨੂੰ ਵੇਖਣ ਦਾ ਬੜਾ ਚਾਹਵਾਨ ਸੀ, ਇਸ ਲਈ ਸਿਕੰਦਰ ਸਮਾਂ ਕੱਢ ਕੇ ਉਹਨੂੰ ਮਿਲਣ ਲਈ ਗਿਆ। ਸਿਕੰਦਰ ਨੇ ਉਹਨੂੰ ਨਮਸਕਾਰ ਕੀਤੀ ਤੇ ਪੁੱਛਿਆ, ਕੀ ਮੈਂ ਤੁਹਾਡੀ ਕੋਈ ਸੇਵਾ ਕਰ ਸਕਦਾ ਹਾਂ? ਡਾਇਓਗਨੀਜ਼ ਨੇ ਉੱਤਰ ਦਿੱਤਾ, ਹਾਂ ਜ਼ਰੂਰ, ਤੁਸੀਂ ਇੱਕ ਪਾਸੇ ਹਟ ਜਾਓ, ਤੁਸੀਂ ਮੇਰੀ ਧੁੱਪ ਨੂੰ ਰੋਕ ਰਹੇ ਹੋ। ਸਿਕੰਦਰ ਦੇ ਅਹਿਲਕਾਰਾਂ ਨੂੰ ਡਾਇਓਗਨੀਜ਼ ਦੇ ਇਸ ਰਵੱਈਏ ਤੇ ਸਖਤ क्रोध आया, पर सिकंदर मुस्कुरा के उन्होंने कहन लगा, सचमुच जे मैं सिकंदर ना हुंदा तो मैं जरूर डायोगनीज बनना पसंद करदा। कई वड्डे आदमियों नूं वहम की बीमारी हुंदी है, पर हेठ लिखी कहानी दसदी है कि सिकंदर तो वहम कोहां दूर भजदा सी। उन्हां जमानिਆਂ ਵਿੱਚ यूनानी अपने भविख बारे जानने ਲਈ डेल्फी के प्रसिद्ध मंदिर ਵਿੱਚ ਜਾਂਦੇ ਹੁੰਦੇ ਸਨ। ਉੱਥੋਂ ਦੀ ਪੁਜਾਰਨ ਭਵਿੱਖਤ ਬਾਰੇ ਸਵਾਲ ਪੁੱਛਣ ਤੇ ਉਹਦਾ ਜਵਾਬ ਦਿੰਦੀ ਸੀ, ਜੋ ਕਹਿੰਦੇ ਹਨ ਕਿ ਸਦਾ ਸੱਚ ਨਿਕਲਦਾ ਸੀ। ਸਿਕੰਦਰ ਵੀ ਡੈਲਫੀ ਦੀ ਯਾਤਰਾ ਤੇ ਗਿਆ ਤੇ ਉੱਥੇ ਜਾ ਕੇ ਉਹਨੇ ਆਪਣੀ ਭਵਿੱਖਤ ਬਾਰੇ ਪੁੱਛਿਆ। ਪੁਜਾਰਨ ਨੇ ਉਸ ਸਵਾਲ ਦਾ ਕੋਈ ਵੀ ਉੱਤਰ ਨਾ ਦਿੱਤਾ ਤੇ ਕਿਹਾ ਕਿ ਇਸ ਦਿਨ ਆਕਾਸ਼ੀ ਚਿੰਨ੍ਹ ਕੁਝ ਸ਼ੁਭ ਨਹੀਂ, ਇਸ ਲਈ ਮੈਂ ਪੇਸ਼ੀਨਗੋਈ ਕਰਨੀ ਮੁਨਾਸਬ ਨਹੀਂ। ਇਹ ਸਮਝ ਕੇ ਕਿ ਉਹ ਜਾਣਬੁੱਝ ਕੇ ਗੱਲ ਨੂੰ ਟਾਲ ਰਹੀ ਹੈ, ਸਿਕੰਦਰ ਨੂੰ ਸਖਤ ਗੁੱਸਾ ਆਇਆ। ਸਿਕੰਦਰ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੁਜਾਰਨ ਨੂੰ ਜ਼ਬਰਦਸਤੀ ਚੁੱਕ ਕੇ ਉਹਨੂੰ ਮੰਦਰ ਵਿੱਚ ਉਸ ਗੱਦੀ ਤੇ ਬਿਠਾ ਦੇਣ ਤਾਂ ਜੋ ਆਪਣਾ ਕੰਮ ਕਰ ਸਕੇ। ਪੁਜਾਰਨ ਦਾ ਲੋਕਾਂ ਦੇ ਮਨ ਤੇ ਪੈ ਬੈਠਾ ਹੋਇਆ ਸੀ। ਉਹਨੂੰ ਸੁਪਨੇ ਵਿੱਚ ਵੀ ਨਹੀਂ ਸੀ ਖੁੜਕ ਸਕਦਾ ਕਿ ਕੋਈ ਉਸ ਦੇ ਨਾਲ ਐਸਾ ਸਲੂਕ ਕਰ ਸਕਦਾ ਹੈ। ਪਰ ਸਿਕੰਦਰ ਦੇ ਵਤੀਰੇ ਤੋਂ ਘਬਰਾ ਗਈ ਤੇ ਫੌਰਨ ਕਹਿਣ ਲੱਗੀ, ਤੁਹਾਨੂੰ ਲੜਾਈਆਂ ਵਿੱਚ ਕਦੀ ਹਾਰ ਨਹੀਂ ਹੋਏਗੀ। ਇੱਕ ਹੋਰ ਘਟਨਾ ਸਿਕੰਦਰ ਦੇ ਚਰਿੱਤਰ ਦੇ ਇਸ ਪੱਖ ਨੂੰ ਸਪਸ਼ਟ ਕਰਦੀ ਹੈ। ਕਹਿੰਦੇ ਹਨ ਕਿ ਪ੍ਰਾਚੀਨ ਕਾਲ ਦੇ ਪ੍ਰਸਿੱਧ ਗਵਈਏ ਔਰਫੀਅਸ ਦੇ ਸਰੂ ਦੀ ਲੱਕੜੀ ਦੇ ਬਣੇ ਬੁੱਤ ਤੇ ਦੋ ਮੂੰਹਾਂ ਤੇ ਪਸੀਨਾ ਆ ਗਿਆ।
ਸਿਕੰਦਰ ਦੇ ਕਈ ਮਿੱਤਰ ਉਹਨੂੰ ਬਦਸ਼ਗਨੀ ਸਮਝ ਕੇ ਡਰ ਗਏ, ਪਰ ਸਿਕੰਦਰ ਨੇ ਕਿਹਾ, ਔਰਫੀਅਸ ਦੇ ਬੁੱਤ ਦੇ ਚਿਹਰੇ ਤੇ ਪਸੀਨਾ ਆਉਣ ਦਾ ਭਾਵ ਇਹ ਹੈ ਕਿ ਮੈਂ ਐਸੇ ਕਾਰਨਾਮੇ ਕਰਾਂਗਾ ਕਿ ਸੰਗੀਤਕਾਰ ਦੁਨੀਆ ਦੇ ਅੰਤ ਤੱਕ ਉਹਨਾਂ ਬਾਰੇ ਗੀਤ ਗਾਉਂਦੇ ਰਹਿਣਗੇ। ਏਸ਼ੀਆ ਤੇ ਹਮਲੇ ਦੀ ਤਿਆਰੀ। ਅੱਜ ਕੱਲ੍ਹ ਈਰਾਨ ਇੱਕ ਛੋਟਾ ਜਿਹਾ ਦੇਸ਼ ਹੈ ਤੇ ਕੇਵਲ ਪੈਟਰੋਲੀਅਮ ਕਰਕੇ ਮਸ਼ਹੂਰ ਹੈ, ਪਰ ਸਿਕੰਦਰ ਦੇ ਸਮੇਂ ਇੱਕ ਬੜਾ ਵਿਸ਼ਾਲ ਰਾਜ ਹੁੰਦਾ ਸੀ ਤੇ ਏਸ਼ੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸੀ। ਤੁਰਕੀ ਤੋਂ ਲੈ ਕੇ ਭਾਰਤ ਤੱਕ ਸਭ ਇਲਾਕਾ ਇਸ ਦੇ ਅਧੀਨ ਸੀ। ਇਸ ਦੇ ਵੱਡੇ ਵੱਡੇ ਸ਼ਹਿਰ ਸਨ। ਬਾਬਲ ਜੋ ਦਜਲਾ ਨਦੀ ਦੇ ਕੰਢੇ ਤੇ ਹੈ, ਨੀਨਵੇ ਜੋ ਫਰਾਤ ਨਦੀ ਦੇ ਕੰਢੇ ਤੇ ਹੈ, ਤੇ ਅੱਜ ਕੱਲ੍ਹ ਉਹ ਪੈਟਰੋਲੀਅਮ ਦਾ ਕੇਂਦਰ ਹੈ ਤੇ ਮੂਸਲ ਦੇ ਨਾਂ ਨਾਲ ਪ੍ਰਸਿੱਧ ਹੈ। ਅਕਬਤਾਨਾ, ਜਿਸ ਦਾ ਨਾਂ ਅੱਜ ਕੱਲ੍ਹ ਹਮਾਦਾਨ ਹੈ, ਅਤੇ ਸੂਸਾ ਜੋ ਉਸ ਵੇਲੇ ਈਰਾਨੀ ਸਾਮਰਾਜ ਦੀ ਰਾਜਧਾਨੀ ਸੀ, ਇਹ ਸ਼ਹਿਰ ਦੱਖਣੀ ਈਰਾਨ ਵਿੱਚ ਹੈ। ਈਰਾਨੀਆਂ ਦਾ ਪਹਿਲਾ ਵੱਡਾ ਬਾਦਸ਼ਾਹ ਸਾਇਰਸ ਸੀ। ਇਹ 550 ਪੂਰਵ ਈਸਵੀ ਵਿੱਚ ਹੋਇਆ ਹੈ। ਇਸ ਤੋਂ ਪਿੱਛੋਂ ਡੇਰੀਅਸ ਦਾਰ ਪਹਿਲਾਂ ਹੋਇਆ ਹੈ। ਇਹਦਾ ਰਾਜ ਯੂਨਾਨੀ ਰਾਜ ਦੇ ਮੁਕਾਬਲੇ ਵਿੱਚ ਕਈ ਗੁਣਾ ਵੱਡਾ ਸੀ, ਪਰ ਫਿਰ ਵੀ ਯੂਨਾਨੀਆਂ ਨੇ ਇਹਨੂੰ ਮਰਾਥੋਂ ਤੇ ਅਸਥਾਨ ਤੇ ਸਖਤ ਹਾਰ ਦਿੱਤੀ। ਦਾਰਾ ਪਹਿਲੇ ਪਿੱਛੋਂ ਵੱਡਾ ਸ਼ਹਿਨਸ਼ਾਹ ਜਰਕੀਜ਼ ਹੋਇਆ ਹੈ, ਉਹ ਵੀ ਯੂਨਾਨੀਆਂ ਵਿਰੁੱਧ ਲੜਦਾ ਰਿਹਾ, ਪਰ ਉਹ 465 ਪੂਰਵੀ ਈਸਵੀ ਵਿੱਚ ਕਤਲ ਹੋ ਗਿਆ। ਇਸ ਪਿੱਛੋਂ ਭਾਵੇਂ ਈਰਾਨ ਦਾ ਰਾਜ ਕਾਫੀ ਦੂਰ ਦੂਰ ਤੱਕ ਫੈਲਿਆ ਰਿਹਾ, ਪਰ ਵਿੱਚੋਂ ਖੋਖਲਾ ਹੁੰਦਾ ਗਿਆ ਤੇ ਜਿਸ ਵੇਲੇ ਸਿਕੰਦਰ ਨੇ ਈਰਾਨ ਤੇ ਹਮਲਾ ਕੀਤਾ, ਉਸ ਵੇਲੇ ਈਰਾਨ ਦੇ ਤਖਤ ਤੇ ਡੇਰੀਅਸ ਜਾਂ ਦਾਰਾ ਤੀਜਾ ਬਿਰਾਜਮਾਨ ਸੀ। ਮਕਦੂਨੀਆ ਦੇ ਤਖਤ ਤੇ ਬੈਠਣ ਪਿੱਛੋਂ ਸਿਕੰਦਰ ਨੂੰ ਯੂਨਾਨ ਵਿੱਚ ਅਮਨ ਚੈਨ ਬਹਾਲ ਕਰਦਿਆਂ 2 ਸਾਲ ਲੱਗ ਗਏ। ਜਿਸ ਵੇਲੇ ਉਹ ਆਪਣੇ ਦੇਸ਼ ਤੇ ਉਹਦਾ ਦਬਦਬਾ ਬੈਠ ਗਿਆ ਤਾਂ ਉਹਨੇ ਆਪਣਾ ਲਸ਼ਕਰ ਨਾਲ ਲੈ ਕੇ ਏਸ਼ੀਆ ਨੂੰ ਜਿੱਤਣ ਦੇ ਮਨਸ਼ੇ ਨਾਲ ਹੈਲਾਸਪੌਂਡ ਦੀ ਰੋਦਵਾਰ ਨੂੰ ਪਾਰ ਕੀਤਾ। ਅੱਜ ਕੱਲ੍ਹ ਹੈਲਾਸਪੌਂਡ ਨੂੰ ਦਰਦਾਨਿਆਲ ਕਹਿੰਦੇ ਹਨ। ਇਹ ਰੋਦਵਾਰ ਯੂਰਪ ਨੂੰ ਏਸ਼ੀਆ ਤੋਂ ਅਲੱਗ ਕਰਦੀ ਹੈ। ਇਸ ਨੂੰ ਪਾਰ ਕਰਨ ਪਿੱਛੋਂ ਪਹਿਲਾ ਦੇਸ਼ ਜੋ ਸਾਹਮਣੇ ਆਉਂਦਾ ਹੈ ਉਹ ਤੁਰਕੀ ਹੈ। ਈਰਾਨੀਆਂ ਨੇ ਪਹਿਲੀ ਗਲਤੀ ਇਹ ਕੀਤੀ ਕਿ ਉਹਨਾਂ ਸਿਕੰਦਰ ਨੂੰ ਬਿਨਾਂ ਰੋਕ ਟੋਕ ਦਰਦਾਨਿਆਲ ਪਾਰ ਕਰਨ ਦਿੱਤਾ। ਏਸ਼ੀਆ ਦੀ ਧਰਤੀ ਤੇ ਪੈਰ ਰੱਖਦਿਆਂ ਹੀ ਇਹਨੂੰ ਟਰਾਏ ਦਾ ਯੁੱਧ ਯਾਦ ਆਇਆ, ਜਿਸ ਬਾਰੇ ਕਵੀ ਹੋਮਰ ਨੇ ਇਲੀਅਡ ਨਾਂ ਦਾ ਪ੍ਰਸਿੱਧ ਕਾਵਿ ਰਚਿਆ ਹੈ। ਇਹ ਸਿੱਧਾ ਤੁਰਕੀ ਦੇ ਸੁੰਦਰ ਚਟਾਨੀ ਕਿਨਾਰੇ ਦੇ ਨਾਲ ਥੱਲੇ ਦੱਖਣ ਵੱਲ ਉਸ ਸਥਾਨ ਤੇ ਗਿਆ ਜਿੱਥੇ ਪ੍ਰਾਚੀਨ ਕਾਲ ਦਾ ਸ਼ਹਿਰ ਟਰਾਏ ਸਥਿਤ ਸੀ। ਪ੍ਰਾਚੀਨ ਕਾਲ ਵਿੱਚ ਇੱਥੇ ਯੂਨਾਨੀ ਫੌਜਾਂ ਟਰਾਏ ਵਾਲਿਆਂ ਨਾਲ 10 ਸਾਲ ਤਬਾਹਕੁਨ ਲੜਾਈ ਲੜਦੀਆਂ ਰਹੀਆਂ। ਲੜਾਈ ਦਾ ਕਾਰਨ ਇਹ ਸੀ ਕਿ ਯੂਨਾਨ ਦੇ ਸ਼ਹਿਜ਼ਾਦੇ ਪੈਰਿਸ ਨੇ ਯੂਨਾਨ ਦੀ ਰਾਣੀ ਹੈਲਨ ਨੂੰ ਚੁੱਕ ਲਿਆਂਦਾ ਸੀ। ਅੰਤ ਵਿੱਚ ਜਦ ਯੂਨਾਨੀ ਬਹਾਦਰੀ ਨਾਲ ਟਰਾਏ ਨੂੰ ਜਿੱਤ ਨਾ ਸਕੇ ਤਾਂ ਉਹਨਾਂ ਨੇ ਫਰੇਬ ਨਾਲ ਜਿੱਤ ਪ੍ਰਾਪਤ ਕਰ ਲਈ। ਉਹਨਾਂ ਨੇ ਲੱਕੜ ਦਾ ਇੱਕ ਦੈਂਤਾਕਾਰ ਘੋੜਾ ਬਣਾਇਆ ਜਿਹੜਾ ਵਿੱਚੋਂ ਖੋਖਲਾ ਸੀ। ਇਸ ਵਿੱਚ ਯੂਨਾਨ ਦੇ ਪ੍ਰਸਿੱਧ ਯੋਧੇ ਯੂਲਿਸਿਸ, ਐਜੈਕਸ, ਨੈਸਟਰ, ਅਗੈਮਨਨ, ਪੈਟਰੋਕਲਸ, ਡਾਇਓਮੀਡ, ਐਕਲੀਜ਼ ਆਦਿ ਲੁਕ ਗਏ। ਯੂਨਾਨੀ ਫੌਜਾਂ ਇਸ ਘੋੜੇ ਨੂੰ ਟਰਾਏ ਦੇ ਸ਼ਹਿਰ ਬਾਹਰ ਛੱਡ ਕੇ ਉੱਥੋਂ ਚਲੀਆਂ ਗਈਆਂ। ਟਰਾਏ ਵਾਲਿਆਂ ਨੇ ਸਮਝਿਆ ਕਿ ਯੂਨਾਨੀ ਸੱਚਮੁੱਚ ਤੰਗ ਆ ਕੇ ਆਪਣੇ ਦੇਸ਼ ਨੂੰ ਵਾਪਸ ਮੁੜ ਗਏ ਹਨ ਤੇ ਉਹ ਲੱਕੜੀ ਦਾ ਘੋੜਾ ਬਹੁਤ ਵੱਡਾ ਹੋਣ ਕਰਕੇ ਪਿੱਛਾਂ ਛੱਡ ਗਏ ਹਨ। ਟਰਾਏ ਵਾਲਿਆਂ ਨੇ ਖੁਸ਼ੀ ਸ਼ਹਿਰ ਦਾ ਵੱਡਾ ਬੂਹਾ ਖੋਲ੍ਹਿਆ ਤੇ ਘੋੜੇ ਨੂੰ ਜਿੱਤ ਦੀ ਨਿਸ਼ਾਨੀ ਵਜੋਂ ਖਿੱਚ ਕੇ ਸ਼ਹਿਰ ਅੰਦਰ ਲੈ ਗਏ। ਰਾਤ ਦੇ ਵੇਲੇ ਯੂਨਾਨੀ ਯੋਧੇ ਚੁੱਪਚਾਪ ਲੱਕੜੀ ਦੇ ਘੋੜੇ ਵਿੱਚੋਂ ਨਿਕਲੇ ਤੇ ਸ਼ਹਿਰ ਨਿਵਾਸੀਆਂ ਤੇ ਟੁੱਟ ਕੇ ਪਏ। ਹਜ਼ਾਰਾਂ ਲੋਕ ਮੌਤ ਦੇ ਘਾਟ ਉਤਰੇ ਤੇ ਹਜ਼ਾਰਾਂ ਉੱਥੋਂ ਨੱਸ ਗਏ। ਲੁੱਟ ਖਸੁੱਟ ਅਤੇ ਸਾੜ ਫੂਕ ਨਾਲ ਸਾਰਾ ਸ਼ਹਿਰ ਮਲੀਆਂ ਮੇਟ ਹੋ ਗਿਆ। ਟਰਾਏ ਵਿੱਚ ਪਹੁੰਚ ਕੇ ਸਿਕੰਦਰ ਨੇ ਪਹਿਲਾਂ ਦੇਵੀ ਐਥੀਨਾ ਨੂੰ ਬਲੀ ਦਿੱਤੀ ਤੇ ਐਕਲੀਜ਼ ਦੀ ਕਬਰ ਲੱਭ ਕੇ ਉਸ ਤੇ ਇੱਕ ਭਾਸ਼ਣ ਦਿੱਤਾ ਤੇ ਉਸ ਤੇ ਫੁੱਲ ਚੜਾਏ। ਸਿਕੰਦਰ ਦੇ ਕਿਸੇ ਅਹਿਲਕਾਰ ਨੇ ਉਸ ਤੋਂ ਪੁੱਛਿਆ ਕਿ ਤੁਸੀਂ ਸ਼ਹਿਜ਼ਾਦੇ ਪੈਰਿਸ ਦੀ ਹਾਰਪ ਵਜਾਉਣੀ ਪਸੰਦ ਕਰੋਗੇ? ਸਿਕੰਦਰ ਨੇ ਉੱਤਰ ਦਿੱਤਾ, ਨਹੀਂ, ਮੈਂ ਕੇਵਲ ਯੂਨਾਨੀ ਹਾਰਪ ਵਜਾਉਣਾ ਪਸੰਦ ਕਰਾਂਗਾ ਤੇ ਉਹ ਵੀ ਯੋਧੇ ਐਕੀਲਜ਼ ਦੀ ਹਾਰਪ। ਇੱਥੋਂ ਸਿਕੰਦਰ ਫਿਰ ਹੈਲਾਮਪੌਂਟ ਨਾਗੇ ਇੱਕ ਅੱਡੇ ਵੱਲ ਮੁੜ ਗਿਆ। ਇਸ ਵੇਲੇ ਉਸ ਦਾ ਖਜ਼ਾਨਾ ਬਿਲਕੁਲ ਖਾਲੀ ਹੋ ਗਿਆ ਸੀ। ਉਸ ਪਾਸ ਕੇਵਲ 70 ਟੈਲੈਂਟ ਹੀ ਰਹਿ ਗਏ ਸਨ ਤੇ ਫੌਜ ਲਈ 30 ਦਿਨ ਦਾ ਰਾਸ਼ਨ ਬਾਕੀ ਸੀ। ਉਹ ਆਪਣੇ ਸਾਥੀਆਂ ਨੂੰ ਜਿਹੜੇ ਉਹਦੇ ਨਾਲ ਮੁਹਿੰਮ ਤੇ ਚੱਲੇ ਸਨ ਖੁਸ਼ ਕਰਨ ਲਈ ਤੋਹਫੇ ਦੇਣਾ ਚਾਹੁੰਦਾ ਸੀ। ਸਿਕੰਦਰ ਨੇ ਇੱਕਦਮ ਮਨ ਬਣਾ ਕੇ ਆਪਣੀ ਮਕਦੂਨੀਆ ਵਾਲੀ ਸਾਰੀ ਜਾਇਦਾਦ ਉਹਨਾਂ ਵਿੱਚ ਵੰਡ ਦਿੱਤੀ। ਇਹ ਵੇਖ ਕੇ ਉਹਦੇ ਬੜੇ ਇੱਕ ਵਫਾਦਾਰ ਜਰਨੈਲ ਨੇ ਘਬਰਾ ਕੇ ਸਿਕੰਦਰ ਨੂੰ ਕਿਹਾ, ਹਜ਼ੂਰ, ਜੇ ਤੁਸੀਂ ਆਪਣੀ ਸਾਰੀ ਜਾਇਦਾਦ ਆਪਣੇ ਸਰਦਾਰਾਂ ਵਿੱਚ ਵੰਡ ਦਿੱਤੀ ਤਾਂ ਤੁਹਾਡੇ ਪਾਸ ਕੀ ਰਹਿ ਗਿਆ? ਸਿਕੰਦਰ ਦਾ ਉੱਤਰ ਸੀ, ਸਭ ਤੋਂ ਵੱਡੀ ਦੌਲਤ ਆਸ। ਇਸ ਮੁਹਿੰਮ ਤੇ ਚੱਲਣ ਸਮੇਂ ਸਿਕੰਦਰ ਦੇ ਲਸ਼ਕਰ ਵਿੱਚ 30,000 ਪੈਦਲ ਅਤੇ 5,000 ਸਵਾਰ ਸੈਨਾ ਸੀ। ਯੂਨਾਨ ਆਪਣੇ ਮਕਦੂਨੀਆ ਦਾ ਪ੍ਰਬੰਧ ਚਲਾਉਣ ਲਈ ਉਹ ਆਪਣੇ ਤਜਰਬਾਕਾਰ ਜਰਨੈਲ ਐਂਟੀਪੇਟਰ ਨੂੰ 12,000 ਸਿਪਾਹੀਆਂ ਦੀ ਕਮਾਨ ਦੇ ਕੇ ਪਿਛਾਂਹ ਛੱਡ ਗਿਆ ਸੀ। ਉਧਰ ਯੂਨਾਨੀਆਂ ਦੇ ਮੁਕਾਬਲੇ ਵਿੱਚ ਈਰਾਨੀ ਫੌਜ ਇੱਕ ਹੜ੍ਹ ਦਾ ਹੜ੍ਹ ਸੀ। ਇਸ ਹੜ੍ਹ ਦਾ ਟਾਕਰਾ ਕਰਨ ਲਈ ਯੂਨਾਨੀਆਂ ਪਾਸ 2 ਹਥਿਆਰ ਸਨ। ਇੱਕ ਸੀ ਸਿਕੰਦਰ ਦਾ ਸਿਪਾਹਗਿਰੀ ਵਿੱਚ ਕਮਾਲ ਤੇ ਦੂਜਾ ਫੈਲੈਂਕਸ 120 ਫੁੱਟ ਲੰਮੇ ਨੇਜ਼ਿਆਂ ਨਾਲ ਹਥਿਆਰਬੰਦ ਫੌਜ ਦੇ ਇੱਕ ਪੈਦਲ ਦਸਤੇ ਨੂੰ ਨਾਂ ਦਿੱਤਾ ਗਿਆ ਸੀ। ਇਹ ਦਸਤਾ ਬਿਲਕੁਲ ਇੱਕ ਕੰਡਿਆਲੇ ਵਾਂਗ ਲੱਗਦਾ ਸੀ ਤੇ ਲੜਾਈ ਵਿੱਚ ਅੱਜ ਕੱਲ੍ਹ ਦੇ ਟੈਂਕ ਦਾ ਕੰਮ ਕਰਦਾ ਸੀ ਤੇ
ਤੇ ਵਿਰੋਧੀ ਫੌਜ ਦੀਆਂ ਸਫਾਂ ਨੂੰ ਚੀਰ ਕੇ ਅਗਾਂਹ ਲੰਘ ਜਾਂਦਾ ਸੀ। ਇਹਦੀ ਕਾਢ ਸਿਕੰਦਰ ਦੇ ਪਿਤਾ ਫਿਲਿਪ ਨੇ ਕੱਢੀ ਸੀ। ਹਮਲੇ ਸਮੇਂ ਘੋੜਸਵਾਰ ਫੌਜ ਦੁਸ਼ਮਣ ਦੇ ਸੱਜੇ ਅਤੇ ਖੱਬੇ ਪਾਸਿਆਂ ਤੇ ਬਾਜ ਵਾਂਗ ਟੁੱਟ ਕੇ ਪੈਂਦੀ ਸੀ। ਤੀਰ ਕਮਾਨ ਨਾਲ ਲੈਸ ਦਸਤੇ ਵੈਰੀ ਦੇ ਵਿਚਕਾਰ ਉਧੜ ਧੁੰਮੀ ਮਚਾ ਦਿੰਦੇ ਸਨ ਤੇ ਫੈਲੰਕਸ ਉਸ ਥਾਂ ਵੱਲ ਬਿਜਲੀ ਦੀ ਤੇਜ਼ੀ ਨਾਲ ਵੱਧਦੀ ਸੀ ਜਿੱਥੇ ਵੈਰੀ ਦੀਆਂ ਸਫਾਂ ਕਮਜ਼ੋਰ ਹੁੰਦੀਆਂ ਸਨ। ਤੋਪਖਾਨੇ ਦੀ ਥਾਂ ਸਿਕੰਦਰ ਪਾਸ ਵੈਰੀ ਤੇ ਪੱਥਰਾਂ ਦਾ ਮੀਂਹ ਵਰਾਉਣ ਵਾਲਾ ਜੰਤਰ ਹੁੰਦਾ ਸੀ। ਉਹਦੇ ਲੜਾਈ ਕਰਨ ਦਾ ਇੱਕ ਕਾਰਨ ਵੱਡਾ ਅਸੂਲ ਇਹ ਸੀ ਸਫ਼ਰ ਸਮੇਂ ਫੌਜੀ ਦਸਤੇ ਅਲੱਗ-ਅਲੱਗ ਕੂਚ ਕਰਨ ਅਤੇ ਹੱਲੇ ਸਮੇਂ ਇੱਕੋ-ਮਿੱਕ ਹੋ ਜਾਣ। ਤਖ਼ਤ ਤੇ ਬੈਠਦਿਆਂ ਹੀ ਸਿਕੰਦਰ ਨੇ ਇਸ ਲੜਾਈ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਸਨ। ਕਾਰਨ ਇਹ ਸੀ ਕਿ ਇੱਕ ਤਾਂ ਉਹ ਕਾਲੇ ਸੁਭਾਅ ਦਾ ਸੀ, ਦੂਜਿਆਂ ਨੂੰ ਮੁੱਢ ਤੋਂ ਹੀ ਅਜਿਹੀ ਸਿੱਖਿਆ ਦਿੱਤੀ ਗਈ ਸੀ ਜਿਸ ਵਿੱਚ ਲੜਾਈ ਤੋਂ ਬਿਨਾਂ ਉਹਨੂੰ ਹੋਰ ਕੁਝ ਸੁਝਦਾ ਵੀ ਨਹੀਂ ਸੀ। ਏਸ਼ੀਆ ਨੂੰ ਜਿੱਤਣ ਦੀ ਮੁਹਿੰਮ ਵਿੱਚ ਉਸਨੂੰ 13 ਸਾਲ ਲੱਗ ਗਏ ਅਤੇ ਉਸ ਨੂੰ ਆਪਣੇ ਦੇਸ਼ ਵਿੱਚ ਵਾਪਸ ਹੀ ਨਾ ਆ ਸਕਿਆ। ਇਸ ਦਾ ਕਾਰਨ ਇਹ ਸੀ ਕਿ ਉਹ ਆਪਣੀ ਵਾਪਸੀ ਲਈ ਸੋਚਣ ਦਾ ਮੌਕਾ ਹੀ ਨਹੀਂ ਸੀ ਮਿਲਦਾ। ਇਹੋ ਹੀ ਕਾਰਨ ਹੈ ਕਿ ਉਹ ਆਪਣੇ ਦੇਸ਼ ਦੇ ਰਾਜ ਪ੍ਰਬੰਧ ਵੱਲ ਵੀ ਕੋਈ ਖਾਸ ਧਿਆਨ ਨਹੀਂ ਸੀ ਦੇ ਸਕਿਆ। ਸਿਕੰਦਰ ਨੇ ਆਪਣੀਆਂ ਫੌਜਾਂ ਨੂੰ ਚੜ੍ਹਾਈ ਦਾ ਹੁਕਮ ਦੇ ਦਿੱਤਾ। ਉਧਰ ਈਰਾਨੀ ਫੌਜ ਦੇ 94 ਦਸਤੇ ਮੁਕਾਬਲੇ ਤੇ ਆ ਗਏ। ਦੋਵੇਂ ਫੌਜਾਂ ਗ੍ਰੈਨਿਕਸ ਨਾਂ ਦੀ ਨਦੀ ਤੇ ਆਰ-ਪਾਰ ਡਟ ਗਈਆਂ। ਈਰਾਨੀਆਂ ਦੇ ਮਨ ਵਿੱਚ ਇੱਕ ਗਲਤਫਹਿਮੀ ਸੀ ਕਿ ਸਿਕੰਦਰ ਇੱਕ ਅਲੜ ਛੋਕਰਾ ਹੈ ਜਿਸ ਨੂੰ ਹਰਾ ਦੇਣਾ ਉਹਦੇ ਲਈ ਖੱਬੇ ਹੱਥ ਦਾ ਕੰਮ ਹੈ। ਇੱਥੋਂ ਤੱਕ ਕਿ ਈਰਾਨ ਦੇ ਸ਼ਹਿਨਸ਼ਾਹ ਦਾਰਾ ਤੀਜੇ ਨੇ ਆਪ ਇਸ ਲੜਾਈ ਵਿੱਚ ਸ਼ਾਮਲ ਹੋਣਾ ਵੀ ਜ਼ਰੂਰੀ ਨਾ ਸਮਝਿਆ। ਨਦੀ ਦੇ ਜਿਸ ਪਾਸੇ ਸਿਕੰਦਰ ਦੀਆਂ ਫੌਜਾਂ ਖੜੀਆਂ ਸਨ ਉਹ ਪੱਧਰਾ ਸੀ, ਪਰ ਈਰਾਨੀਆਂ ਵਾਲਾ ਪਾਸਾ ਚਟਾਨੀ ਤੇ ਢਲਾਣ ਵਾਲਾ ਸੀ। ਸਮਾਂ 3 ਵਜੇ ਦੁਪਹਿਰ ਦਾ ਸੀ। ਸਿਕੰਦਰ ਨੇ ਉਸੇ ਵੇਲੇ ਆਪਣੇ ਜਰਨੈਲਾਂ ਦੀ ਮੀਟਿੰਗ ਬੁਲਾਈ। ਇੱਕ ਜਰਨੈਲ ਨੇ ਕਿਹਾ, ਲੜਾਈ ਲਈ ਜੂਨ ਦਾ ਮਹੀਨਾ ਅਸ਼ੁਭ ਮੰਨਿਆ ਗਿਆ ਹੈ, ਇਸ ਲਈ ਸਾਨੂੰ ਇਹ ਲੜਾਈ ਅਗਲੇ ਮਹੀਨੇ ਤੇ ਪਾ ਦੇਣੀ ਚਾਹੀਦੀ ਹੈ। ਸਿਕੰਦਰ ਵਹਿਮ ਨੂੰ ਇੱਕ ਬੜੀ ਵੱਡੀ ਕਮਜ਼ੋਰੀ ਸਮਝਦਾ ਸੀ, ਸੋ ਉਹਨੇ ਇੱਕਦਮ ਉੱਤਰ ਦਿੱਤਾ, ਲੜਾਈ ਨਹੀਂ ਰੁਕ ਸਕਦੀ। ਹਾਂ, ਕੈਲੰਡਰ ਦਾ ਸਫ਼ਾ ਪਰਤ ਦਿਓ, ਅਸੀਂ ਸਮਝਾਂਗੇ ਕਿ ਜੂਨ ਦਾ ਨਹੀਂ ਮਈ ਦਾ ਮਹੀਨਾ ਹੈ। ਇੱਕ ਹੋਰ ਜਰਨੈਲ ਨੇ ਕਿਹਾ, ਨਦੀ ਬੜੀ ਚੜ੍ਹੀ ਹੋਈ ਹੈ, ਇਸ ਵੇਲੇ ਇਸ ਨੂੰ ਪਾਰ ਕਰਨਾ ਬੜਾ ਖਤਰਨਾਕ ਹੈ, ਲੜਾਈ ਕੱਲ੍ਹ ਤੇ ਪਾ ਦਿਓ। ਤੇ ਨਾਲੇ ਹੁਣ ਦੁਪਹਿਰ ਦੇ 3 ਵਜੇ ਨੇ, ਇਹ ਕੋਈ ਲੜਾਈ ਸ਼ੁਰੂ ਕਰਨ ਦਾ ਸਮਾਂ ਥੋੜ੍ਹਾ ਹੈ। ਸਿਕੰਦਰ ਨੇ ਉੱਤਰ ਦਿੱਤਾ, ਅਸੀਂ ਸਮੁੰਦਰ ਪਾਰ ਕਰ ਲਿਆ ਹੈ, ਜੇ ਅਸੀਂ ਮਾਮੂਲੀ ਜਿਹੀ ਨਦੀ ਤੋਂ ਡਰ ਗਏ ਤਾਂ ਸਮੁੰਦਰ ਨੂੰ ਕਿੰਨੀ ਸ਼ਰਮ ਆਏਗੀ। ਇਹ ਕਹਿੰਦਿਆਂ ਹੀ ਸਿਕੰਦਰ ਆਪਣੇ ਪ੍ਰਸਿੱਧ ਘੋੜੇ ਬਿਊਫੇਲਸ ਤੇ ਜਾ ਚੜ੍ਹਿਆ ਤੇ ਨਦੀ ਵਿੱਚ ਕੁੱਦ ਪਿਆ। ਲੜਾਈ ਸ਼ੁਰੂ ਹੋ ਗਈ। ਈਰਾਨੀਆਂ ਨੇ ਸਿਕੰਦਰ ਤੇ ਤੀਰਾਂ ਦਾ ਮੀਂਹ ਵਰਾ ਦਿੱਤਾ, ਪਰ ਸਿਕੰਦਰ ਕਿਸੇ ਨਾ ਕਿਸੇ ਤਰ੍ਹਾਂ ਰਾਜ਼ੀ ਖੁਸ਼ੀ ਪਰਲੇ ਪਾਰ ਪਹੁੰਚ ਹੀ ਗਿਆ। ਉਹਦੀ ਸੈਨਾ ਵੀ ਉਹਦੇ ਪਿੱਛੇ ਪਿੱਛੇ ਨਦੀ ਪਾਰ ਕਰ ਗਈ। ਈਰਾਨੀਆਂ ਨੇ ਸਿਕੰਦਰ ਦੀ ਸੈਨਾ ਤੇ ਬੇਪਨਾਹ ਹੱਲਾ ਬੋਲ ਦਿੱਤਾ। ਹੱਥੋਂ ਹੱਥ ਲੜਾਈ ਹੋਈ। ਸਿਕੰਦਰ ਆਪਣੇ ਰੂਪਦਾਰ ਤੇ ਜੰਗੀ ਟੋਪੀ ਤੇ ਲੱਗੀ ਹੋਈ ਸਫੈਦ ਕਲਗੀ ਕਰਕੇ ਦੂਰੋਂ ਨਜ਼ਰ ਆ ਰਿਹਾ ਸੀ। ਈਰਾਨੀ ਹਰ ਪਾਸਿਓਂ ਉਸ ਤੇ ਟੁੱਟ ਕੇ ਪੈਂਦੇ ਸਨ। ਇੱਕ ਈਰਾਨੀ ਜਰਨੈਲ ਨੇ ਉਹਦੀ ਪਿੱਠ ਪਿੱਛੋਂ ਉਹਦੇ ਨੇਜ਼ੇ ਤਾਂ ਜ਼ਬਰਦਸਤ ਵਾਰ ਕੀਤਾ। ਉਹ ਸਿਕੰਦਰ ਦੀ ਢਾਲ ਤੇ ਇਤਨੇ ਜ਼ੋਰ ਨਾਲ ਵੱਜਾ ਕਿ ਉਹ ਟੁਕੜੇ ਟੁਕੜੇ ਹੋ ਗਿਆ। ਇਸ ਤੇ ਉਸ ਜਰਨੈਲ ਨੇ ਆਪਣਾ ਟਕੂਆ ਕੱਢਿਆ ਤੇ ਘੋੜੇ ਤੇ ਸਿੱਧਾ ਖੜਾ ਹੋ ਕੇ ਸਿਕੰਦਰ ਦੇ ਸੰਜੋ ਤੇ ਟੋਪੀ ਤੇ ਵਾਰ ਕੀਤਾ, ਜਿਸ ਨਾਲ ਉਸ ਤੇ ਲੱਗੀ ਹੋਈ ਕਲਗੀ 2 ਟੁੱਟੇ ਹੋ ਗਈ ਤੇ ਸਿਕੰਦਰ ਘੋੜੇ ਤੋਂ ਥੱਲੇ ਜਾ ਪਿਆ। ਐਨ ਇਸ ਮੌਕੇ ਸਿਕੰਦਰ ਦਾ ਕਲਾਈਟਸ ਨਾਂ ਦਾ ਇੱਕ ਜਰਨੈਲ ਬਿਜਲੀ ਦੀ ਤੇਜ਼ੀ ਨਾਲ ਉੱਥੇ ਪਹੁੰਚਿਆ ਤੇ ਹਮਲਾ ਕਰਨ ਵਾਲੇ ਈਰਾਨੀ ਜਰਨੈਲ ਨੂੰ ਆਪਣੇ ਨੇਜ਼ੇ ਨਾਲ ਪਾਰ ਬੁਲਾ ਦਿੱਤਾ। ਸਿਕੰਦਰ ਦੀ ਜਾਨ ਬਚ ਗਈ। ਉਹ ਕਲਾਈਟਸ ਨੂੰ ਦੇ ਇਸ ਅਹਿਸਾਨ ਨੂੰ ਸਾਰੀ ਉਮਰ ਨਾ ਭੁੱਲਿਆ। ਇਤਨੇ ਚਿਰ ਵਿੱਚ ਯੂਨਾਨੀਆਂ ਦੀ ਪੈਦਲ ਫੌਜ ਵੀ ਦਰਿਆ ਪਾਰ ਕਰਨ ਵਿੱਚ ਸਫਲ ਹੋ ਗਈ। ਯੂਨਾਨੀਆਂ ਨੂੰ ਇਤਨੀ ਗਿਣਤੀ ਵਿੱਚ ਪੈਦਲ ਆਉਂਦਿਆਂ ਵੇਖ ਕੇ ਈਰਾਨੀਆਂ ਦੇ ਹੌਸਲੇ ਪਸਤ ਹੋਣੇ ਸ਼ੁਰੂ ਹੋ ਗਏ ਤੇ ਉਹ ਮੈਦਾਨ ਖਾਲੀ ਕਰਕੇ ਨੱਸ ਗਏ। ਕਹਿੰਦੇ ਹਨ ਕਿ ਇਸ ਲੜਾਈ ਵਿੱਚ ਈਰਾਨੀਆਂ ਦੇ 1000 ਸਿਪਾਹੀ ਤੇ ਯੂਨਾਨੀਆਂ ਦੇ ਕੁੱਲ 115 ਸਿਪਾਹੀ ਕੰਮ ਆਏ। ਏਸ਼ੀਆ ਵਿੱਚ ਇਹ ਸਿਕੰਦਰ ਦੀ ਪਹਿਲੀ ਵੱਡੀ ਜਿੱਤ ਸੀ। ਸਿਕੰਦਰ ਨੇ ਆਪਣੇ ਜ਼ਖਮੀ ਸਿਪਾਹੀਆਂ ਦੀ ਬੜੀ ਦੇਖਭਾਲ ਕੀਤੀ ਤੇ ਮਾਰੇ ਗਏ ਜਰਨੈਲਾਂ ਦੇ ਪ੍ਰਸਿੱਧ ਬੁੱਤ ਕਾੜੇ ਲਿਸੀਪਸ ਕੋਲੋਂ ਬੁੱਤ ਬਣਵਾ ਕੇ ਮਕਦੂਨੀਆ ਦੇ ਸ਼ਹਿਰ ਡੀਅਮ ਵਿੱਚ ਲਗਵਾਏ। ਗ੍ਰੈਨਿਕਸ ਦੀ ਜਿੱਤ ਦੇ ਕਾਰਨ ਏਸ਼ੀਆ ਦੇ ਸਭ ਦੇਸ਼ਾਂ ਤੇ ਸਿਕੰਦਰ ਦਾ ਦਬਦਬਾ ਬੈਠ ਗਿਆ। ਹੁਣ ਉਹ ਈਰਾਨੀ ਫੌਜਾਂ ਦਾ ਪਿੱਛਾ ਕਰਨ ਦੀ ਥਾਂ ਉਹ ਰੂਮ ਸਾਗਰ ਦੇ ਕਿਨਾਰੇ ਦੇ ਨਾਲ-ਨਾਲ ਹੈਲੀਕਾਰਨਾਸਸ ਦੇ ਅਤੇ ਮਿਲੀਟਸ ਦੇ ਸ਼ਹਿਰਾਂ ਨੂੰ ਜਿੱਤਦਾ ਹੋਇਆ ਗੋਡੀਅਮ ਦੇ ਅਸਥਾਨ ਤੇ ਪਹੁੰਚਿਆ, ਜੋ ਅੱਜ ਕੱਲ੍ਹ ਦੀ ਤੁਰਕੀ ਦੀ ਰਾਜਧਾਨੀ ਅੰਕਰਾ ਲਾਗੇ ਸੀ। ਇੱਥੇ ਪ੍ਰਾਚੀਨ ਕਾਲ ਵਿੱਚ ਇੱਕ ਰਾਜਾ ਰਾਜ ਕਰਦਾ ਹੁੰਦਾ ਸੀ ਜਿਸ ਦਾ ਨਾਮ ਮਾਈਦਾਸ ਸੀ। ਕਹਿੰਦੇ ਹਨ ਉਹਨੇ ਦੇਵਤਿਆਂ ਕੋਲੋਂ ਵਰ ਲਿਆ ਹੋਇਆ ਸੀ ਕਿ ਜਿਸ ਚੀਜ਼ ਨੂੰ ਵੀ ਉਹ ਹੱਥ ਲਾਏ ਉਹ ਸੋਨੇ ਦੀ ਹੀ ਹੋ ਜਾਏ। ਇਸ ਸ਼ਹਿਰ ਦਾ ਨਾਮ ਮਾਈਦਾਸ ਦੇ ਪਿਤਾ ਗੋਡੀਅਸ ਦੇ ਨਾਂ ਤੋਂ ਪਿਆ ਸੀ। ਮਾਈਦਾਸ ਦੇ ਉਸ ਸਮੇਂ ਇੱਕ ਰਬਤ ਪਿਆ ਸੀ। ਉਹ ਤੁਰਾ ਤੇ ਬੰਮ ਇਤਨੀ ਗੁੰਝਲਦਾਰ ਗੰਢ ਨਾਲ ਬੱਝੇ ਪਏ ਸਨ ਕਿ ਉਹਨੂੰ ਕੋਈ ਵੀ ਖੋਲ੍ਹਣ ਵਿੱਚ ਕਾਮਯਾਬ ਨਹੀਂ ਸੀ ਹੋ ਸਕਿਆ। ਇਹ ਗੰਢ ਗੋਡੀਅਨ ਨਾਟ ਦੇ ਨਾਂ ਨਾਲ ਮਸ਼ਹੂਰ ਸੀ। ਜੋਤਸ਼ੀਆਂ ਨੇ ਇਹ ਪੇਸ਼ੀਨਗੋਈ ਕੀਤੀ ਹੋਈ ਸੀ ਕਿ ਜੋ ਵੀ ਕੋਈ ਇਸ ਗੰਢ ਨੂੰ ਖੋਲ੍ਹਣ ਵਿੱਚ ਸਫਲ ਹੋ ਜਾਏਗਾ ਉਹ ਸਾਰੇ ਏਸ਼ੀਆ ਤੇ ਰਾਜ ਕਰੇਗਾ। ਸਿਕੰਦਰ ਨੇ ਗੋਡੀਅਮ ਵਿੱਚ ਪਹੁੰਚ ਕੇ ਇਸ ਗੰਢ ਨੂੰ ਬੜੇ ਗੌਰ ਨਾਲ ਤੱਕਿਆ ਤੇ ਮਿਆਨ ਵਿੱਚੋਂ ਤਲਵਾਰ ਕੱਢ ਕੇ ਇੱਕੋ ਵਾਰ ਨਾਲ ਹੀ ਉਸ ਨੂੰ ਕੱਟ ਕੇ ਰੱਖ ਦਿੱਤਾ।
ਹਾਲੇ ਤੱਕ ਕਿਸੇ ਨੂੰ ਵੀ ਨਹੀਂ ਖਿਆਲ ਆਇਆ ਸੀ ਕਿ ਗੰਢ ਇਸ ਤਰ੍ਹਾਂ ਵੀ ਖੋਲ੍ਹੀ ਜਾ ਸਕਦੀ ਹੈ। ਸਭ ਇਸ ਨੂੰ ਉਂਗਲਾਂ ਨਾਲ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ ਸਨ। ਇੱਥੋਂ ਸਿਕੰਦਰ ਆਪਣੀ ਘੋੜ ਸਵਾਰ ਸੈਨਾ ਨਾਲ ਟੌਰਸਸ ਦੇ ਅਸਥਾਨ ਤੇ ਪਹੁੰਚਿਆ। ਉਹਦਾ ਸਰੀਰ ਲੰਮੇ ਸਫ਼ਰ ਕਰਨ ਦੇ ਕਾਰਨ ਗਰਮ ਸੀ, ਪਰ ਉੱਥੇ ਠੰਡੇ ਨਿਰਮਲ ਪਾਣੀ ਦੀ ਨਦੀ ਵਗਦੀ ਵੇਖ ਕੇ ਉਹਦਾ ਇਸ਼ਨਾਨ ਕਰਨ ਨੂੰ ਜੀ ਕਰ ਆਇਆ। ਉਹਨੇ ਉਸੇ ਵੇਲੇ ਕੱਪੜੇ ਉਤਾਰ ਕੇ ਨਦੀ ਵਿੱਚ ਛਾਲ ਮਾਰੀ। ਗਰਮ ਸਰਦ ਹੋਣ ਕਾਰਨ ਉਹ ਉਸੇ ਵੇਲੇ ਸਖਤ ਬਿਮਾਰ ਹੋ ਗਿਆ, ਇੱਥੋਂ ਤੱਕ ਕਿ ਉਹਦੇ ਬਚਣ ਦੀ ਵੀ ਕੋਈ ਆਸ ਨਾ ਰਹੀ। ਬੜਾ ਇਲਾਜ ਕੀਤਾ ਗਿਆ ਪਰ ਉਹਨੂੰ ਬਿਲਕੁਲ ਆਰਾਮ ਨਾ ਆਇਆ। ਆਖਰ ਉਹਨੇ ਇੱਕ ਅਕਾਰਨੇਨੀਅਨ ਦੇ ਪ੍ਰਸਿੱਧ ਹਕੀਮ ਫਿਲਿਪਸ ਨੂੰ ਸੱਦ ਭੇਜਿਆ। ਉਹ ਆ ਕੇ ਦਵਾਈ ਤਿਆਰ ਕਰ ਹੀ ਰਿਹਾ ਸੀ ਕਿ ਸਿਕੰਦਰ ਦੇ ਜਰਨੈਲ ਪਾਰਮੀਨੀਓ ਨੇ ਖੱਤ ਦੁਆਰਾ ਇਤਲਾਹ ਦਿੱਤੀ ਕਿ ਫਿਲਿਪਸ ਨੂੰ ਈਰਾਨ ਦੇ ਬਾਦਸ਼ਾਹ ਦਾਰਾ ਤੀਜੇ ਨੇ ਸਿਕੰਦਰ ਦੇ ਮਾਰਨ ਲਈ ਭੇਜਿਆ ਹੈ। ਸਿਕੰਦਰ ਨੇ ਪਾਰਮੀਨੀਓ ਦਾ ਖੱਤ ਚੁੱਪਚਾਪ ਆਪਣੇ ਸਰਾਣੇ ਥੱਲੇ ਰੱਖ ਦਿੱਤਾ। ਫਿਲਿਪਸ ਨੇ ਸਿਕੰਦਰ ਨੂੰ ਗਲਾਸ ਵਿੱਚ ਦਵਾਈ ਪਾ ਕੇ ਦਿੱਤੀ। ਸਿਕੰਦਰ ਨੇ ਉਹ ਖੱਤ ਫਿਲਿਪਸ ਦੇ ਹੱਥ ਵਿੱਚ ਦਿੱਤਾ ਤੇ ਆਪ ਗਟਾਗਟ ਦਵਾਈ ਚੜ੍ਹ ਗਿਆ। ਜਦ ਫਿਲਿਪਸ ਨੇ ਸਾਰਾ ਖੱਤ ਪੜ੍ਹ ਲਿਆ ਤਾਂ ਹੱਕਾ ਬੱਕਾ ਹੋ ਕੇ ਸਿਕੰਦਰ ਵੱਲ ਵੇਖਣ ਲੱਗ ਪਿਆ। ਭਾਵੇਂ ਉਹ ਇਹ ਦੋਸ਼ ਗਲਤ ਲਾਇਆ ਗਿਆ ਸੀ, ਪਰ ਫਿਰ ਵੀ ਸਿਕੰਦਰ ਦੇ ਲਈ ਫਿਲਿਪਸ ਦੇ ਹੱਥੋਂ ਦਵਾਈ ਪੀ ਜਾਣਾ ਇੱਕ ਬੜੀ ਦਲੇਰੀ ਵਾਲੀ ਗੱਲ ਸੀ। ਦਵਾਈ ਪੀਣ ਪਿੱਛੋਂ ਸਿਕੰਦਰ ਦੀ ਹਾਲਤ ਹੋਰ ਵੀ ਵਿਗੜ ਗਈ। ਉਹ ਬੇਹੋਸ਼ ਹੋ ਗਿਆ, ਉਹਦੀ ਜ਼ੁਬਾਨ ਵੀ ਰੁਕ ਗਈ, ਉਹਦੀਆਂ ਲੱਤਾਂ ਵੀ ਠੰਡੀਆਂ ਹੋ ਗਈਆਂ। ਪਰ ਇਸ ਤੋਂ ਪਿੱਛੋਂ ਉਹਨੂੰ ਹੌਲੀ ਹੌਲੀ ਆਰਾਮ ਆਉਣਾ ਸ਼ੁਰੂ ਹੋ ਗਿਆ ਤੇ ਕੁਝ ਦਿਨਾਂ ਵਿੱਚ ਉਹ ਬਿਲਕੁਲ 9/9 ਹੋ ਗਿਆ। ਆਈਸੈਸ ਦੀ ਲੜਾਈ। ਗ੍ਰੈਨਿਕਸ ਦੀ ਲੜਾਈ ਪਿੱਛੋਂ ਸ਼ਹਿਨਸ਼ਾਹ ਦਾਰਾ ਨੂੰ ਪਤਾ ਲੱਗ ਗਿਆ ਸੀ ਕਿ ਸਿਕੰਦਰ ਨਾਲ ਟੱਕਰ ਲੈਣੀ ਬੱਚਿਆਂ ਦਾ ਖੇਡ ਨਹੀਂ। ਇਸ ਲਈ ਉਹਨੇ ਸਿਕੰਦਰ ਦੇ ਟਾਕਰੇ ਲਈ ਬਹੁਤ ਵੱਡਾ ਲਸ਼ਕਰ ਤਿਆਰ ਕੀਤਾ। ਪਹਿਲਾਂ ਸ਼ਹਿਨਸ਼ਾਹ ਦਾ ਖਿਆਲ ਸੀ ਕਿ ਜੇ ਖੁੱਲ੍ਹੇ ਮੈਦਾਨ ਵਿੱਚ ਸਿਕੰਦਰ ਨਾਲ 2 ਹੱਥ ਕੀਤੇ ਜਾਣ ਤਾਂ ਉਹਦੀ ਅਣਗਿਣਤ ਫੌਜ ਸਿਕੰਦਰ ਦੀ ਛੋਟੀ ਜਿਹੀ ਫੌਜ ਨੂੰ ਅੱਖ ਦੇ ਫੋਰ ਵਿੱਚ ਲਿਤਾੜ ਦੇਵੇਗੀ। ਪਰ ਉਹਦੇ ਕਈ ਸਰਦਾਰਾਂ ਨੇ ਉਹਨੂੰ ਗਲਤਫਹਿਮੀ ਪਾ ਦਿੱਤੀ ਕਿ ਸਿਕੰਦਰ ਉਹਦੇ ਨਾਲ ਲੜਾਈ ਕਰਨ ਤੋਂ ਯਰਕਦਾ ਹੈ ਤੇ ਉਹਦਾ ਪਿੱਛਾ ਕਰਕੇ ਉਹਨੂੰ ਪਹਾੜੀ ਦਰਿਆ ਵਿੱਚ ਹੀ ਜਾ ਦਬੋਚਣਾ ਚਾਹੀਦਾ ਹੈ। ਇਸ ਲਈ ਜਦੋਂ ਸਿਲਸੀਆ ਦੇ ਉੱਤਰੀ ਦਰਿਆ ਵਿੱਚ ਲੰਘ ਕੇ ਉਸ ਦਾ ਟਾਕਰਾ ਕਰਨ ਲਈ ਤੁਰਿਆ ਤਾਂ ਸਿਕੰਦਰ ਵੀ ਦੱਖਣੀ ਦਰਿਆ ਰਾਹੀਂ ਉਹਦੇ ਨਾਲ 2 ਹੱਥ ਕਰਨ ਲਈ ਅਗਾਂਹ ਵਧਿਆ। ਨਤੀਜਾ ਇਹ ਹੋਇਆ ਕਿ ਉਹ ਸਿਕੰਦਰ ਦੀ ਫੌਜ ਦੇ ਪਿਛੋਕੜ ਵਾਲੇ ਇਲਾਕੇ ਵਿੱਚ ਪਹੁੰਚ ਗਿਆ। ਦੋਹਾਂ ਫੌਜਾਂ ਵਿਚਕਾਰ 18 ਮੀਲ ਦਾ ਫਾਸਲਾ ਸੀ। ਆਪਣੇ ਵੈਰੀ ਦੀ ਫੌਜ ਦੇ ਪਿਛੋਕੜ ਵਿੱਚ ਹੋਣ ਦੀ ਖਬਰ ਸੁਣ ਕੇ ਪਹਿਲਾਂ ਤਾਂ ਸਿਕੰਦਰ ਬੜਾ ਹੈਰਾਨ ਹੋਇਆ, ਪਰ ਸਿਕੰਦਰ ਭਾਵੇਂ ਕਿੰਨੀ ਮੁਸ਼ਕਲ ਵਿੱਚ ਕਿਉਂ ਨਾ ਹੁੰਦਾ, ਲੜਾਈ ਦੇ ਨਾਂ 'ਤੇ ਉਹਨੇ ਡੋਲੇ ਫਰਕਣ ਲੱਗ ਪੈਂਦੇ ਸਨ। ਇਸ ਲਈ ਉਹਦੇ ਮੁੜਦੇ ਪੈਰੀ ਦਰੇ ਦੇ ਪਾਰ ਪਿਨਾਰਸ ਨਦੀ ਦੇ ਪੂਰਬੀ ਕੰਢੇ 'ਤੇ ਪਹੁੰਚ ਗਿਆ। ਇਸੇ ਨਦੀ ਦੇ ਪੱਛਮੀ ਕੰਢੇ 'ਤੇ ਈਰਾਨੀ ਫੌਜ ਨੇ ਡੇਰੇ ਲਾਏ ਹੋਏ ਸਨ। ਇਹ ਲੜਾਈ ਜਿਹੜੀ ਇਸ ਥਾਂ 'ਤੇ ਹੋਈ ਆਈਸਸ ਦੀ ਲੜਾਈ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਲੜਾਈ 333 ਪੂਰਬੀ ਈਸਵੀ ਵਿੱਚ ਹੋਈ। ਇਸ ਵੇਲੇ ਸਿਕੰਦਰ ਦੀ ਉਮਰ 23 ਸਾਲ ਸੀ। ਇਸ ਲੜਾਈ ਵਿੱਚ ਈਰਾਨੀਆਂ ਨੂੰ ਲੱਕ ਤੋੜਵੀਂ ਹਾਰ ਹੋਈ ਤੇ ਉਹ ਸਾਰਾ ਖਜ਼ਾਨਾ ਤੇ ਜੰਗੀ ਸਮਾਨ ਮੈਦਾਨ ਵਿੱਚ ਛੱਡ ਕੇ ਤਿੱਤਰ ਬਿੱਤਰ ਹੋ ਗਏ। ਜਦ ਸਿਕੰਦਰ ਬਾਦਸ਼ਾਹ ਦਾਰਾ ਦੇ ਤੰਬੂ ਵਿੱਚ ਪਹੁੰਚਿਆ ਤਾਂ ਉਹਦੀ ਸ਼ਾਨ ਵੇਖ ਕੇ ਉਹ ਦੰਗ ਰਹਿ ਗਿਆ। ਉੱਥੇ ਹੀਰੇ ਜਵਾਹਰਾਤ ਅਤੇ ਅਮੁੱਲ ਗਹਿਣੇ ਅਤੇ ਸੋਨੇ ਚਾਂਦੀ ਦੇ ਬਰਤਨਾਂ ਦੇ ਢੇਰ ਲੱਗੇ ਪਏ ਸਨ। ਸਿਕੰਦਰ ਨੇ ਇਤਨੀ ਦੌਲਤ ਪਹਿਲੇ ਕਦੀ ਨਹੀਂ ਸੀ ਵੇਖੀ। ਉਹਦੇ ਮੂੰਹੋਂ ਅਚਾਨਕ ਨਿਕਲ ਗਿਆ, ਦਾਰਾ ਸੱਚਮੁੱਚ ਦਾ ਸ਼ਹਿਨਸ਼ਾਹ ਏ। ਦਾਰਾ ਇਤਨੀ ਕਾਹਲ ਅਤੇ ਘਬਰਾਹਟ ਵਿੱਚ ਨੱਸਿਆ ਸੀ ਕਿ ਉਹ ਆਪਣੀ ਸੁੰਦਰ ਮਲਕਾ, ਮਾਤਾ ਤੇ 2 ਲੜਕੀਆਂ ਨੂੰ ਵੀ ਨਾਲ ਨਾ ਲੈ ਜਾ ਸਕਿਆ। ਇਹਨਾਂ ਸਭਨਾਂ ਨੂੰ ਪਕੜ ਕੇ ਸਿਕੰਦਰ ਦੀ ਹਜ਼ੂਰੀ ਵਿੱਚ ਲਿਆਂਦਾ ਗਿਆ। ਸਿਕੰਦਰ ਦੇ ਲਾਗੇ ਹੀ ਉਹਦਾ ਪੱਕਾ ਮਿੱਤਰ ਹਿਫਿਸਟੀਅਨ ਬੈਠਾ ਸੀ। ਦਾਰਾ ਦੀ ਮਾਤਾ ਹਿਫਿਸਟੀਅਨ ਨੂੰ ਸਿਕੰਦਰ ਸਮਝ ਕੇ ਉਹਦੇ ਸਾਹਮਣੇ ਗਿੜਗੜਾ ਕੇ ਜਾਨ ਬਖਸ਼ੀ ਲਈ ਬੇਨਤੀ ਕਰਨ ਲੱਗੀ। ਇੱਕ ਕਾਇਲਕਾਰ ਨੇ ਉਹਨੂੰ ਦੱਸਿਆ ਕਿ ਉਹ ਤਾਂ ਹਿਫਿਸਟੀਅਨ ਹੈ, ਸਿਕੰਦਰ ਨੇ। ਸਿਕੰਦਰ ਨੇ ਇੱਕਦਮ ਗੱਲ ਟੁੱਕਦਿਆਂ ਕਿਹਾ, ਮੇਰੇ ਤੇ ਹਿਫਿਸਟੀਅਨ ਵਿੱਚ ਕੋਈ ਫਰਕ ਨਹੀਂ। ਜੋ ਹੀ ਹਿਫਿਸਟੀਅਨ ਨਾਲ ਗੱਲ ਕਰ ਰਿਹਾ ਹੈ ਉਹ ਸਮਝੇ ਮੇਰੇ ਨਾਲ ਗੱਲ ਕਰ ਰਿਹਾ ਹੈ। ਉਹਨਾਂ ਜ਼ਮਾਨਿਆਂ ਵਿੱਚ ਕੈਦੀ ਔਰਤਾਂ ਨਾਲ ਬੜਾ ਬੁਰਾ ਸਲੂਕ ਕੀਤਾ ਜਾਂਦਾ ਸੀ, ਪਰ ਸਿਕੰਦਰ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ। ਉਹਨੇ ਉਹਨਾਂ ਦੇ ਗਹਿਣੇ ਕੱਪੜੇ ਵਾਪਸ ਕਰ ਦਿੱਤੇ ਤੇ ਮਲਕਾ ਨੂੰ ਕਿਹਾ, ਤੂੰ ਸਿਕੰਦਰ ਕੋਲੋਂ ਨਾ ਡਰ, ਮੇਰਾ ਦਾਰਾ ਨਾਲ ਕੋਈ ਵੈਰ ਨਹੀਂ, ਮੈਂ ਕੇਵਲ ਉਸ ਦਾ ਰਾਜ ਜਿੱਤਣਾ ਚਾਹੁੰਦਾ ਹਾਂ। ਸਿਕੰਦਰ ਭਾਵੇਂ ਕਿੰਨੀਆਂ ਲੜਾਈਆਂ ਵਿੱਚ ਰੁੱਝਿਆ ਰਹਿੰਦਾ ਸੀ, ਪਰ ਉਹ ਆਪਣੀ ਮਾਤਾ ਓਲੰਪੀਆਸ ਅਤੇ ਅਰਸਤੂ ਨੂੰ ਗਾਹੇ ਬਗਾਹੇ ਖੱਤ ਪੱਤਰ ਲਿਖਦਾ ਰਹਿੰਦਾ ਸੀ ਅਤੇ ਕੀਮਤੀ ਤੋਹਫੇ ਵੀ ਭੇਜਦਾ ਰਹਿੰਦਾ ਸੀ। ਇੱਕ ਵਾਰ ਉਹਨੇ ਅਰਸਤੂ ਨੂੰ ਲਿਖਿਆ, ਮੈਂ ਜਿੱਤਾਂ ਪ੍ਰਾਪਤ ਕਰਨ ਨਾਲੋਂ ਆਪਣੇ ਗਿਆਨ ਵਿੱਚ ਵਾਧਾ ਕਰਨਾ ਜ਼ਿਆਦਾ ਚੰਗਾ ਸਮਝਦਾ ਹਾਂ। ਪਰ ਆਈਸਿਸ ਦੀ ਜਿੱਤ ਪਿੱਛੋਂ ਸਿਕੰਦਰ ਦਾ ਸਿਰ ਫਿਰ ਗਿਆ। ਉਹਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ। ਜਦੋਂ ਵੀ ਉਹ ਵਿਹਲਾ ਹੁੰਦਾ ਤਾਂ ਆਪਣੇ ਆਪ ਨੂੰ ਰੁੱਝਿਆ ਰੱਖਣ ਲਈ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ। ਉਹ ਅਸਲ ਵਿੱਚ ਸ਼ਰਾਬ ਨੂੰ ਇਤਨਾ ਪਸੰਦ ਨਹੀਂ ਸੀ ਕਰਦਾ ਜਿੰਨਾ ਕਿ ਗੱਪਸ਼ਪ ਨੂੰ ਜੋ ਸ਼ਰਾਬ ਦੇ ਦੌਰ ਨਾਲ ਚੱਲਦੀ ਸੀ। ਇਸ ਲੜਾਈ ਪਿੱਛੋਂ ਕੁਝ ਆਰਾਮ ਕਰਕੇ ਸਿਕੰਦਰ ਨੇ ਰੂਮ ਸਾਗਰ ਦੇ ਕੰਢੇ ਦੇ ਨਾਲ ਦੱਖਣ ਵੱਲ ਕੂਚ ਕਰ ਦਿੱਤੀ। ਸ਼ਹਿਨਸ਼ਾਹ ਦਾਰਾ ਵੱਲੋਂ ਉਹਨੂੰ ਇੱਕ ਸੁਨੇਹਾ ਮਿਲਿਆ ਕਿ ਜੇ ਉਹਦੀ ਮਲਕਾ ਮਾਤਾ ਤੇ ਸ਼ਹਿਜ਼ਾਦਿਆਂ ਨੂੰ ਛੱਡ ਦੇਵੇ ਤਾਂ ਉਹ ਨਾ ਕੇਵਲ 3 ਕਰੋੜ ਰੁਪਏ ਸਗੋਂ ਦਜਲਾ ਨਦੀ ਤੋਂ ਲੈ ਕੇ ਦਰਾ ਦਾਨਿਆਲ ਤੱਕ ਦਾ ਸਾਰਾ ਇਲਾਕਾ ਉਹਦੀ ਭੇਟ ਕਰ ਦੇਵੇਗਾ ਤੇ ਉਹਨੂੰ ਜੇ ਕਿ ਉਹਦੀ ਕਿਸੇ ਸ਼ਹਿਜ਼ਾਦੀ ਨਾਲ ਵਿਆਹ ਕਰਨਾ ਮਨਜ਼ੂਰ ਹੋਵੇ ਤਾਂ ਉਹ ਕਰ ਲੇ ਤਾਂ ਉਹਨੂੰ ਉਹਦਾ ਸਦਾ ਲਈ ਮਿੱਤਰ ਬਣਨ ਦਾ ਮਾਣ ਵੀ ਹਾਸਲ ਹੋਏਗਾ।
इस पेशकश बारे सलाह मशवरा किया गया। सिकंदर के जरनैल परमीनियन ने कहा, हजूर जे मैं तुहाडी थां होवां तां इस गल नूं फौरन मन लवां, खाम-खा लड़ाई झगड़े विच की पिया है। सिकंदर ने उत्तर दिता, हाँ जे मैं तेरी थां ते होवां तां जरूर मन लवां, पर क्योंकि मैं परमीनियन ने सिकंदर हाँ, इसलिए मैनूं सिकंदर की शान के मुताबिक ही करना चाहिए है। इस पिछों उसने दारा के आदमियों नूं कहा, ना ही मैनूं दारा के पैसे की लोड़ है, ना ही उहदे इलाके के किसी हिस्से की, क्योंकि मैं वो अपनी बांह के जोर नाल लै सकदा हाँ। बाकी रही उसकी लड़की नाल शादी की गल, वो मैं बिना दारा की आग्या दे ही कर सकदा हाँ। जे दारा मेरी खुलदिली परखना चाहता है तो वह अपने आप मेरे सामने आके गल करे। फिर टायर ते गाजा तो हुंदा आया वो मिस्र पहुंचा। मिस्र 100 साल ईरानियां दा गुलाम रहा सी, इसलिए मिस्री लोगों ने सिकंदर का दिली स्वागत किया। उन्हें मिस्र विच पहुँचद्या ही अपने नाँ ते एक शहर वसाया। इसका नाम उसने सिकंदरिया रखा। यह शहर उस थां ते है जिथे नील नदी रूम सागर विच डिगदी है। यह हाली भी दुनिया दीयां प्रसिद्ध बंदरगाहां विचों गिणिया जाता है। यह शहर उन्हें प्राचीन काल के शहर ट्रॉय के नमूने ते उसारिया। शहर का निशान लाने लई आले दुआले किते चूना नहीं सी मिलता, इसलिए उन्हें चूने की थां कणक के दाने सुट के हदबद्दी की लकीर लाई। उस वेले अचानक हज़ारां की गिनती विच नील नदी दीयां दलदलां विचों पंछी उड़ के आए तो वेखदियां वेखदियां ही सारा दाना खा गए। इसते ज्योतिषियों ने पेशीन गोई की कि शहर लखां जियां की पालना करया करेगा। सिकंदरिया एक बड़ा आलीशान शहर बनाया। ये सड़कां आधुनिक युग के शहरों दी सड़कां वांग सीधियां ते समानांतर हैं। वो दुनिया विच पहला शहर सी जिस विच रात वेले बत्तियां दा बालन का प्रबंध किया गया सी। इत्थों सिकंदर सीधा रूम सागर के कंढे के नाल लीबिया के एक नखली स्थान विच पहुंचा। इत्थे देवते जाय सैमन का प्रसिद्ध मंदिर सी। सिकंदर ने उस मंदिर के पुजारी कोलों अपने भविखत बारे 2 सवाल पूछे। पहला सवाल कि फिलिप के सारे घातकों नूं सज़ा मिल चुकी है। दूजा सवाल कि यह सच है कि मैं सारी दुनिया नूं जित लवांगा। पुजारी ने दोहां सवालों का जवाब हाँ विच दिता। इसते सिकंदर ने बड़ी खुशी मनाई। हुण वो आइसिस की लड़ाई पिछों काफ़ी सैर सपाटे विच बिता चुका सी। वो बहुत चिर निचला नहीं सी बैठ सकता। उन्होंने फिर लड़ाई लई अचवी लड़न लग पई। वो अपन फौजां लैके दजला नदी के कंढे ते पहुंचा। उत्थे दोहां फौजां की 1 अक्तूबर वाले दिन इराक विच आरबेला के मुकाम ते मुठभेड़ हुई। इस लड़ाई नूं आरबेला की लड़ाई कहते हैं। इस लड़ाई नाल ईरानी साम्राज का अंत हो गया। यह दुनिया दीयां वड्डियां लड़ाइयां विचों एक है। लड़ाई तो पहली रात पूर्ण चंद ग्रहण लगा। दारा ने मिसालां की रोशनी विच अपनी सैना का मुआयना किया। यूनानी सिपाही ईरानी फौज की गिनती वेख के कुछ घबरा गए। इसलिए उन्होंने जरनैल परमीनियन ने सिकंदर नूं सलाह दी कि ईरानी फौज ते अचानक रात नूं हमला कर देना चाहिए है। दारा का रथ भी इस तरह एक थां अड़ गया तो उन्हें एक होर घोड़े ते चढ़ के बड़ी मुश्किल नाल जान बचाई। बादशाह के नस्सण नाल ईरानियां दे हौसले टुट गए तो वह भी मैदान छड्ड के तितर बितर हो गए। हुण सिकंदर ने दारा का पिछा करना शुरू कर दिता है। वैसे सिकंदर नूं पता सी कि आरबेला की हार पिछों दारा का हुण काणी कोडी जिन्ना भी मुल नहीं, पर फिर भी वह दारा नूं जिंदा फड़ना चाहता सी। सिकंदर नूं दारा का पिछा करदिआं कई दिन लग गए। दारा के एक जरनैल ने जिसका नाम बैसस से सिकंदर नूं खुश करने लई दारा नूं अपने नेज़े नाल मार दिता। जब सिकंदर उत्थे पहुंचा तो दारा स्वास दे चुका सी। सिकंदर नूं उहदी इह हालत वेख के बड़ा अफसोस होया। उन्हें उहदे मृतक शरीर ते अपना दुशाला पा दिता ते शाही शान नाल उहदा अंतिम संस्कार करन दा हुक्म दे दिता। बाद विच उन्हें थैसस नूं पढ़ के मौत की सज़ा दी क्योंकि उन्हें अपनी जान बचाने लई अपने मालक नाल गद्दारी की सी। आरबेला की लड़ाई वेले सिकंदर की उम्र लगभग 26 साल की सी। हुण मकदूनिया, यूनान, मिस्र, ईरान ते सारा एशिया उसके राज विच शामिल सन। इतनी उम्र विच इतनियां जित्तां हाली तक किसी राजे ने भी नहीं सन जित्तियां। इस जित पिछों ने बाबल, सूसा, परसीपुलस दे शहरां नूं चंगी तरह लुटिया। वो दौलत जिहड़ी इस लुट विच उहदे हत्थ आई 15 करोड़ रुपए के लगभग सी। हाली तक सिकंदर ने अपने विआह वल खास ध्यान नहीं सी दिता। कंधार के लागे एक कबायली सरदार नाल छोटी जी लड़ाई विच उहदी सुंदर लड़की रुखसाना सिकंदर दे हत्थ लगी। सिकंदर उहदे ते मोहित हो गया तो उन्हें उहदे नाल विआह कर लिया। पिछलियां जित्तां के कारण सिकंदर कुछ अभिमानी हो गया। उन्हें मामूली जे शक ते ही जरनैल परमीनियो के लड़के फिलोटॉश नूं जो उहदा छोटी उम्र तो ही बड़ा पक्का दोस्त सी मरवा दिता। उन्होंने पता सी कि जब परमीनियो नूं अपने पुत्र की मौत की इतलाह मिलेगी तो वह दुख नाल पागल हो जाएगा क्योंकि उन्होंने 2 पुत्र लड़ाई विच पहलां ही मारे जा चुके सन। इस खबर के परमीनियो तक पहुँचने तो पहलां ही सिकंदर ने 2 आदमी भेज के इस बुढ़े वफादार जरनैल नूं कतल करवा दिता। इस नाल सिकंदर के सारे साथियों ते जरनैलों के मनां विच एक दहशत जी बैठ गई।
ਇਸ ਤਰ੍ਹਾਂ ਉਹਨੇ ਕਲਾਈਟਸ ਨੂੰ ਵੀ, ਜਿਹਨੇ ਗ੍ਰੈਨਿਕਸ਼ ਨਦੀ ਦੀ ਲੜਾਈ ਤੇ ਸਿਕੰਦਰ ਨੂੰ ਦੁਸ਼ਮਣ ਦੇ ਹੱਥੋਂ ਬਚਾਇਆ ਸੀ, ਮਰਵਾ ਦਿੱਤਾ। ਕਲਾਈਟਸ ਉਹਦੇ 2-4 ਪੱਕੇ ਦੋਸਤਾਂ ਵਿੱਚੋਂ ਇੱਕ ਸੀ। ਗੱਲ ਇਸ ਤਰ੍ਹਾਂ ਹੋਈ ਕਿ ਇੱਕ ਰਾਤ ਮਹਿਫਿਲ ਵਿੱਚ ਸਿਕੰਦਰ ਤੇ ਕਲਾਈਟਸ ਨਸ਼ੇ ਵਿੱਚ ਗੁੱਟ ਹੋ ਗਏ। ਇੱਕ ਇਰਾਨੀ ਸਰਦਾਰ ਨੇ ਯੂਨਾਨੀ ਸਿਪਾਹੀਆਂ ਦਾ ਮਖੌਲ ਉਡਾਇਆ। ਕਲਾਈਟਸ ਨੂੰ ਇਹ ਗੱਲ ਚੰਗੀ ਨਾ ਲੱਗੀ ਤੇ ਉਹਨੇ ਇਸ ਦੇ ਬਾਰੇ ਇਤਰਾਜ਼ ਕੀਤਾ। ਸਿਕੰਦਰ ਨੇ ਗੱਲ ਨੂੰ ਟੁੱਕੇ ਕਿਹਾ, ਕਲਾਈਟਸ ਤੂੰ ਬੜਾ ਬੁਜ਼ਦਿਲ ਹੈ। ਕਲਾਈਟਸ ਨੂੰ ਸਖਤ ਤੈਸ਼ ਆਇਆ ਤੇ ਉਹਨੇ ਸਿਕੰਦਰ ਨੂੰ ਯਾਦ ਦਿਵਾਇਆ ਕਿ ਉਹਨੇ ਲੜਾਈ ਵਿੱਚ ਕਿਵੇਂ ਸਿਕੰਦਰ ਦੀ ਜਾਨ ਬਚਾਈ ਸੀ ਤੇ ਕਿਹਾ ਸੀ ਕਿ ਸਿਕੰਦਰ ਨੇ ਆਪਣੀ ਸ਼ਾਨ ਵਧਾਉਣ ਲਈ ਕਿਸ ਤਰ੍ਹਾਂ ਯੂਨਾਨੀਆਂ ਦਾ ਖੂਨ ਰੋੜਾਇਆ ਹੈ। ਇਸ ਤੇ ਦੋਵੇਂ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ। ਝਗੜਾ ਵਧਣ ਤੋਂ ਰੋਕਣ ਲਈ ਬਾਕੀ ਸਰਦਾਰ ਕਲਾਈਟਸ ਨੂੰ ਖਿੱਚ ਧੂ ਕੇ ਤੰਬੂ ਵਿੱਚੋਂ ਲੈ ਗਏ, ਪਰ ਉਹ ਫਿਰ ਜ਼ਬਰਦਸਤੀ ਪਿਛਲੇ ਬੂਹੇ ਤੰਬੂ ਵਿੱਚ ਆ ਕੇ ਸਿਕੰਦਰ ਨੂੰ ਕਹਿਣ ਲੱਗਾ ਕਿ ਯੂਨਾਨ ਆਪਣੇ ਯੋਧਿਆਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਦਾ ਹੈ ਕਿ ਇਸ ਤਰ੍ਹਾਂ ਸਾਰੀਆਂ ਇੱਜ਼ਤਾਂ ਦਾ ਸਿਹਰਾ ਇੱਕ ਆਦਮੀ ਦੇ ਗਲ ਵਿੱਚ ਪਾਇਆ ਜਾ ਸਕੇਗਾ। ਇਸ ਅਪਮਾਨ ਤੇ ਸਿਕੰਦਰ ਗੁੱਸੇ ਵਿੱਚ ਪਾਗਲ ਹੋ ਗਿਆ। ਉਹਨੇ ਆਪਣੇ ਨੇਜ਼ੇ ਨਾਲ ਕਲਾਈਟਸ ਨੂੰ ਉੱਥੇ ਹੀ ਪਾਰ ਬੁਲਾ ਦਿੱਤਾ। ਕਲਾਈਟਸ ਨੇ ਮਰਦਿਆਂ ਹੀ ਸਿਕੰਦਰ ਨੂੰ ਇਤਨਾ ਪਛਤਾਵਾ ਲੱਗਾ ਕਿ ਪੂਰੇ 3 ਦਿਨ ਤੱਕ ਰੋਂਦਾ ਰਿਹਾ ਤੇ ਤੰਬੂ ਵਿੱਚੋਂ ਬਾਹਰ ਨਾ ਨਿਕਲਿਆ। ਭਾਰਤ ਦੇ ਬੂਹੇ ਤੇ ਵਾਪਸੀ। ਸਿਕੰਦਰ ਨੇ ਹੁਣ ਭਾਰਤ ਵੱਲ ਮੂੰਹ ਮੋੜਿਆ। ਦਰਾ ਖੈਬਰ ਲੰਘ ਕੇ ਉਹ ਨੀਸਾ ਦੇ ਅਸਥਾਨ ਤੇ ਪਹੁੰਚਿਆ। ਉੱਥੋਂ ਦੇ ਰਾਜਾ ਅੰਬੀ ਨੇ ਸਿਕੰਦਰ ਨੂੰ ਕਿਹਾ, ਲੜਨ ਦਾ ਕੀ ਲਾਭ? ਜੇ ਮੈਂ ਤੇਥੋਂ ਅਮੀਰ ਹਾਂ ਤੇ ਮੈਂ ਤੈਨੂੰ ਆਪਣਾ ਧਨ ਦੇ ਦਿੰਦਾ ਹਾਂ। ਜੇ ਤੂੰ ਮੈਥੋਂ ਅਮੀਰ ਹੈ ਤਾਂ ਮੈਂ ਤੇਥੋਂ ਧਨ ਪ੍ਰਾਪਤ ਕਰਨਾ ਆਪਣੀ ਹੇਠੀ ਨਹੀਂ ਸਮਝਾਂਗਾ। ਸਿਕੰਦਰ ਇਹ ਜਵਾਬ ਸੁਣ ਕੇ ਬੜਾ ਖੁਸ਼ ਹੋਇਆ ਤੇ ਉਹਨੇ ਇਸ ਰਾਜੇ ਨੂੰ ਆਪਣਾ ਮਿੱਤਰ ਬਣਾ ਲਿਆ। ਹੁਣ ਸਿਕੰਦਰ ਦਰਿਆ ਜੇਲਮ ਵੱਲ ਵਧਿਆ। ਜੇਲਮ ਦੇ ਪਾਰ ਰਾਜੇ ਪੋਰਸ ਦੀ ਇੱਕ ਛੋਟੀ ਜਿਹੀ ਰਿਆਸਤ ਸੀ। ਪੋਰਸ ਇੱਕ ਬੜਾ ਨਿਡਰ ਤੇ ਰੋਬ-ਦਾਬ ਵਾਲਾ ਰਾਜਾ ਸੀ। ਉਹਦਾ ਕੱਦ 7 ਫੁੱਟ ਦੇ ਲਗਭਗ ਸੀ। ਉਹ ਨਹੀਂ ਚਾਹੁੰਦਾ ਸੀ ਕਿ ਕੋਈ ਵਿਦੇਸ਼ੀ ਭਾਰਤ ਵਿੱਚ ਦਾਖਲ ਹੋਣ ਦੀ ਹਿੰਮਤ ਕਰੇ। ਉਹਨੇ ਸਿਕੰਦਰ ਦੇ ਟਾਕਰੇ ਲਈ ਇੱਕ ਚੰਗੀ ਤਕੜੀ ਫੌਜ ਇਕੱਠੀ ਕੀਤੀ। ਯੂਨਾਨੀਆਂ ਨੇ ਪਹਿਲੀ ਵਾਰ ਪੋਰਸ ਦੀ ਫੌਜ ਵਿੱਚ ਹਾਥੀ ਵੇਖੇ ਤੇ ਪਹਿਲਾਂ ਨਾਲੋਂ ਉਹ ਕੁਝ ਘਬਰਾ ਗਏ। ਬੜੇ ਘਮਸਾਨ ਦੀ ਲੜਾਈ ਹੋਈ। ਭਾਰਤੀਆਂ ਨੇ ਸਿਕੰਦਰ ਦੀ ਫੌਜ ਦੇ ਚੰਗੇ ਦੰਦ ਖੱਟੇ ਕੀਤੇ ਤੇ ਪਹਿਲੀ ਵਾਰ ਸਿਕੰਦਰ ਨੂੰ ਪਤਾ ਲੱਗਾ ਕਿ ਇੱਕ ਅਣਖੀਲੀ ਕੌਮ ਆਪਣੇ ਦੇਸ਼ ਦੀ ਆਜ਼ਾਦੀ ਲਈ ਕਿਵੇਂ ਲੜਦੀ ਹੈ। ਪਰ ਯੂਨਾਨੀ ਫੌਜ ਦੇ ਜ਼ਬਤ ਤੇ ਲੜਾਈਆਂ ਵਿੱਚ ਤਜਰਬੇ ਸਾਹਮਣੇ ਭਾਰਤੀਆਂ ਦੀ ਵੀ ਇੱਕ ਛੋਟੀ ਜਿਹੀ ਫੌਜ ਜ਼ਿਆਦਾ ਚਿਰ ਠਹਿਰ ਨਾ ਸਕੀ। ਫਿਰ ਵੀ ਪੋਰਸ ਮੈਦਾਨ ਵਿੱਚ ਆਖਰੀ ਦਮ ਤੱਕ ਡਟਿਆ ਰਿਹਾ। ਜਦ ਰਾਜਾ ਪੋਰਸ ਸਿਕੰਦਰ ਸਾਹਮਣੇ ਪਕੜ ਕੇ ਲਿਆਂਦਾ ਗਿਆ ਤਾਂ ਪੋਰਸ ਦੇ ਕੱਦ ਕਾਠ ਤੇ ਅਨੋਖੀ ਸ਼ਾਨ ਵੇਖ ਕੇ ਸਿਕੰਦਰ ਨੇ ਟੋਨਲੀ ਪੋਰਸ ਕੋਲੋਂ ਪੁੱਛਿਆ, ਤੇਰੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾਏ? ਪੋਰਸ ਨੇ ਬੜੇ ਰੋਬ ਨਾਲ ਉੱਤਰ ਦਿੱਤਾ, ਜਿਵੇਂ ਇੱਕ ਰਾਜਾ ਦੂਜੇ ਰਾਜੇ ਨਾਲ ਸਲੂਕ ਕਰਦਾ ਹੈ। ਸਿਕੰਦਰ ਨਿਡਰਤਾ ਤੇ ਗੌਰਵ ਨਾਲ ਭਰੇ ਇਹ ਸ਼ਬਦ ਸੁਣ ਕੇ ਬਹੁਤ ਪ੍ਰਸੰਨ ਹੋਇਆ। ਉਹ ਬਹਾਦਰਾਂ ਦਾ ਕਦਰਦਾਨ ਸੀ, ਸੋ ਉਹਨੇ ਪੋਰਸ ਵੱਲ ਮਿੱਤਰਤਾ ਦਾ ਹੱਥ ਵਧਾਇਆ ਤੇ ਨਾ ਕੇਵਲ ਉਹਦਾ ਜਿੱਤਿਆ ਹੋਇਆ ਰਾਜ ਵੀ ਵਾਪਸ ਕਰ ਦਿੱਤਾ, ਬਲਕਿ ਉਸ ਵਿੱਚ ਹੋਰ ਇਲਾਕਿਆਂ ਨੂੰ ਵੀ ਸ਼ਾਮਲ ਕਰ ਦਿੱਤਾ। ਇੱਥੋਂ ਉਹਨੇ ਬਿਆਸ ਵੱਲ ਕੂਚ ਕਰ ਦਿੱਤਾ। ਉੱਥੇ ਪਹੁੰਚ ਕੇ ਉਹਨੇ ਗੰਗਾ ਨਦੀ ਤੱਕ ਜਾਣ ਦਾ ਖਿਆਲ ਪ੍ਰਗਟ ਕੀਤਾ। ਹੁਣ ਤੱਕ ਉਹ 11,000 ਮੀਲ ਦਾ ਸਫ਼ਰ ਕਰ ਚੁੱਕਾ ਸੀ। ਯੂਨਾਨੀ ਸਿਪਾਹੀ ਹੁਣ ਲੜਾਈਆਂ ਕਰ ਕਰਕੇ ਥੱਕ ਗਏ ਸਨ। ਉਹਨਾਂ ਨੂੰ ਆਪਣੇ ਪਿਆਰੇ ਦੇਸ਼ ਦੀ ਯਾਦ ਸਤਾ ਰਹੀ ਸੀ, ਇਸ ਲਈ ਉਹਨਾਂ ਨੇ ਹੋਰ ਅਗਾਂਹ ਜਾਣ ਤੋਂ ਨਾ ਕਰ ਦਿੱਤੀ। ਸਿਕੰਦਰ ਨੇ ਉਹਨਾਂ ਨੂੰ ਬਥੇਰੇ ਹਰੇ ਬਾਗ ਦਿਖਾਏ, ਪਰ ਯੂਨਾਨੀਆਂ ਨੇ ਬਸ ਇੱਕ ਹੀ ਨਾ ਫੜ ਛੱਡੀ। ਆਖਰ ਸਿਕੰਦਰ ਨੂੰ ਉਹਨਾਂ ਦੀ ਗੱਲ ਮੰਨਣੀ ਹੀ ਪਈ। ਵਾਪਸੀ ਵੇਲੇ ਰਾਹ ਵਿੱਚ ਮੁਲਤਾਨ ਆਉਂਦਾ ਸੀ। ਮੁਲਤਾਨ ਦੇ ਲੋਕ ਬੜੇ ਲੜਾਕੇ ਸਨ। ਉਹਨਾਂ ਨੇ ਸਿਕੰਦਰ ਦਾ ਰਸਤਾ ਰੋਕ ਲਿਆ। ਮੁਲਤਾਨ ਦਾ ਕਿਲ੍ਹਾ ਬੜਾ ਜ਼ਬਰਦਸਤ ਸੀ। ਕਿਸੇ ਵੀ ਯੂਨਾਨੀ ਦੀ ਉਸ 'ਤੇ ਹਮਲਾ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ, ਪਰ ਸਿਕੰਦਰ ਨੇ ਇੱਕਦਮ ਕਿਲ੍ਹੇ ਦੀ ਕੰਧ ਨਾਲ ਪੌੜੀ ਲਾਉਣ ਦਾ ਹੁਕਮ ਦਿੱਤਾ ਤੇ ਇਕੱਲੇ ਨੇ ਹੀ ਅੰਦਰ ਛਾਲ ਮਾਰ ਦਿੱਤੀ। ਆਪਣੇ ਪਿਆਰੇ ਸਿਕੰਦਰ ਨੂੰ ਬਚਾਉਣ ਲਈ ਉਹਦੇ ਬਾਕੀ ਦੇ ਸਾਥੀ ਵੀ ਛਾਲ ਮਾਰ ਕੇ ਕਿਲ੍ਹੇ ਵਿੱਚ ਦਾਖਲ ਹੋ ਗਏ। ਬੜੀ ਘਮਸਾਨ ਦੀ ਲੜਾਈ ਹੋਈ। ਯੂਨਾਨੀ ਜਿੱਤ ਤਾਂ ਗਏ, ਪਰ ਸਿਕੰਦਰ ਬੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਬੜੀ ਮੁਸ਼ਕਲ ਨਾਲ ਮਰਨੋਂ ਬਚਿਆ। ਇੱਥੋਂ ਦਰਿਆ ਦੇ ਨਾਲ ਨਾਲ ਸਫ਼ਰ ਕਰਦਾ 7 ਮਹੀਨਿਆਂ ਪਿੱਛੋਂ ਸਮੁੰਦਰ ਦੇ ਕਿਨਾਰੇ 'ਤੇ ਪਹੁੰਚਿਆ। ਉੱਥੇ ਪਹੁੰਚ ਕੇ ਫੌਜ ਦੇ 2 ਹਿੱਸੇ ਕੀਤੇ। ਇੱਕ ਹਿੱਸਾ ਸਮੁੰਦਰ ਰਾਹੀਂ ਤੇ ਦੂਜਾ ਖੁਸ਼ਕੀ ਰਾਹੀਂ ਵਾਪਸੀ ਸਫ਼ਰ 'ਤੇ ਤੁਰ ਪਿਆ। ਮਕਰਾਨ ਦੇ ਇਲਾਕੇ ਵਿੱਚੋਂ ਸਮੁੰਦਰ ਦੇ ਨਾਲ ਨਾਲ ਹੁੰਦਾ ਹੋਇਆ ਆਖਰ ਉਹ ਬਾਬਲ ਲਾਗੇ ਪਹੁੰਚਿਆ। ਉੱਥੇ ਕੁਝ ਬਦਸ਼ਕਨੀ ਦੇ ਚਿੰਨ੍ਹ ਦਿਸੇ, ਜਿਨ੍ਹਾਂ ਨੂੰ ਵੇਖ ਕੇ ਸਿਕੰਦਰ ਹੋਰ ਵੀ ਉਦਾਸ ਹੋ ਗਿਆ। ਹੁਣ ਉਹਦੇ ਸਾਰੇ ਸੁਪਨੇ ਪੂਰੇ ਹੋ ਚੁੱਕੇ ਸਨ। ਇੱਕ ਇੱਕ ਕਰਕੇ ਉਹਦੇ ਸਾਰੇ ਪਿਆਰੇ ਮਿੱਤਰ ਮਾਰੇ ਗਏ ਸਨ, ਜਿਸ ਨਾਲ ਗਮ ਗਲਤ ਕਰਨ ਲਈ ਉਹ ਰਾਤ ਦਿਨ ਸ਼ਰਾਬ ਪੀਂਦਾ ਰਹਿੰਦਾ ਸੀ। ਇੱਕ ਦਿਨ ਉਹਨੂੰ ਠੰਡ ਲੱਗ ਗਈ, ਜਿਸ ਨਾਲ ਉਹਨੂੰ ਸਖਤ ਬੁਖਾਰ ਚੜ੍ਹ ਗਿਆ। ਇਸ ਬੁਖਾਰ ਤੋਂ ਉਹ ਫਿਰ ਰਾਜ਼ੀ ਨਾ ਹੋ ਸਕਿਆ। ਆਖਰ 28 ਜੂਨ 323 ਪੂਰਵ ਈਸਵੀ ਵਾਲੇ ਦਿਨ ਉਹ 33 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ। ਸਿਕੰਦਰ ਨੇ ਸਭ ਦੁਨੀਆ ਜਿੱਤ ਲਈ ਸੀ, ਪਰ ਉਹ ਆਪਣੇ ਮਨ ਨੂੰ ਨਾ ਜਿੱਤ ਸਕਿਆ। ਮਨ ਦੀ ਜਿੱਤ ਹੀ ਸਭ ਤੋਂ ਵੱਡੀ ਜਿੱਤ ਹੈ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਪੰਮਰਾ। ਬੱਚਿਆਂ ਦੇ ਅਖਲਾਕੀ ਤੇ ਦਿਮਾਗੀ ਪੱਧਰ ਨੂੰ ਉੱਚਾ ਚੁੱਕਣ ਲਈ ਉਪਰੋਕਤ ਕਹਾਣੀਆਂ ਬੱਚਿਆਂ ਲਈ ਗਿਆਨ ਦਾ ਭੰਡਾਰ ਹਨ ਤੇ ਸਿੱਧੀ ਸਾਦੀ ਬੋਲੀ ਵਿੱਚ ਅਨਮੋਲ ਤੋਹਫਾ ਹਨ। ਅੱਜ ਤੁਸੀਂ ਮੇਰੇ ਨਾਲ ਸਿਕੰਦਰ ਮਹਾਨ ਦੇ ਬਚਪਨ, ਮਾਤਾ ਪਿਤਾ, ਸਿਕੰਦਰ ਦਾ ਰਾਜ ਪ੍ਰਬੰਧ ਨੂੰ ਸੰਭਾਲਣਾ, ਏਸ਼ੀਆ 'ਤੇ ਹਮਲਾ ਦੀ ਤਿਆਰੀ ਤੇ ਆਈਸਿਸ ਦੀ ਲੜਾਈ ਬਾਰੇ ਜਾਣਿਆ ਹੈ। ਇਸ ਤੋਂ ਇਲਾਵਾ ਉਸ ਦਾ ਭਾਰਤ ਆ ਕੇ
ਪੋਰਸ ਨਾਲ ਲੜਾਈ ਤੇ ਫਿਰ ਵਤਨ ਵਾਪਸੀ ਬਾਰੇ ਇਤਿਹਾਸਿਕ ਜਾਣਕਾਰੀ ਹਾਸਿਲ ਕੀਤੀ ਹੈ। ਉਹ ਸੱਚਮੁੱਚ ਹੀ ਸਿਕੰਦਰ ਸੀ। ਸਿਕੰਦਰ ਦੀਆਂ ਜਿੱਤਾਂ ਤੇ ਵਿਸ਼ਾਲ ਸਾਮਰਾਜ ਦੀ ਸਥਾਪਨਾ ਨੇ ਉਸ ਨੂੰ ਸੱਚਮੁੱਚ ਸਿਕੰਦਰ ਮਹਾਨ ਬਣਾ ਦਿੱਤਾ। ਰੱਬ ਰਾਖਾ। ਹਰਜੀਤ ਮਮਰਾ।